अभी आपको चोर क्यों लग रहा है? जब उसने नोटबंदी की तब चोर क्यों नहीं लगा? जीएसटी थोपा तब चोर क्यों नहीं लगा? अब कैसे पता लग गया चोर हो गया? जो मोदी सरकार ने तीनों काले कानून लागू किए हैं, हमारे डेथ वारंट हैं, हम इनको वापस कराने के लिए यहाँ पर आए। सीआरपीएफ बढ़ा दी है और पीछे फोर्स बढ़ा नहीं जी साहब जी, मैं आपको बताऊं सीआरपीएफ में कौन है? सीआरपीएफ में किसी एमएलए एमपी के बच्चे थोड़ा ना है, हमारे किसानों के भाई हैं, हमारे चाचे ताऊ हैं। वो क्या कर रहे हैं, कुछ दिन के लिए रुको आप, अगर टाइम आया सारी आर्मी, सारी पुलिस, सारी सीआरपीएफ दिल्ली की तरफ चल पड़ेगी। इस लोग ने, एक तो अमित शाह सबसे बड़ा गुंडा है, तड़ी पार है, ये देश का दुर्भाग्य है। ये जो आज एक तड़ी पार देश का गृह मंत्री बने, यह नहीं समझ मानती, भाग मारे फूट गए। वो क्या कह रहा, बोला ये बोले इकट्ठे हो गए, अगर ना हमारे बाग बढ़िया थे, सारे बाग बढ़िया नहीं थे, ये तो हमारे फूटने थे। जो देश का गृह मंत्री एक तड़ी पार, समाज में रहने के लायक नहीं, इतना गंदा तुम क्या को? मैं सरदार जी, मेरा तो सीना फटता है। मैं तो ये बोलता हूँ, ए भगवान, कालबरी रहता है, झंडा ले रहा हूँ अग्नि सामने। अमित शाह, नरेंद्र मोदी, हमारे वाला खट्टरे और दुष्यंत चौटाला, जब भगवान ने तड़का ठा लेने, परसों बेशक मैंने भी ठा ले। कौन से हमारे किसान नेता ने हरियाणा के, पंजाब के, यूपी बग्गे गोली मार दें, गोली, चिंता न मानो। ये धरती खून मांग रही है, मैं अपना खून देने के लिए सबसे पहले नंबर पर तैयार हूँ। उन्होंने तो ये भी बोला था कि जो लेडीज आ रही हैं वो 100 रुपए में आ रही हैं, दिहाड़ी पे मंगवाई हुई हैं। भाई साहब, हम दो तीन किलो के जमींदार हैं। 100 की जगह हम 200 हम अपनी तरफ से दे देंगे। आप कनगना रात को लेके आओ, जितने में हमारे भाई बंधु यहाँ आए हुए हैं, 100 की जगह 200 देंगे उनको। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅਸੀਂ ਸਿੰਘੂ ਬਾਰਡਰ ਤੇ ਖੜੇ ਹਾਂ ਤੇ ਸਿੰਘੂ ਬਾਰਡਰ ਤੁਸੀਂ ਹਾਲਾਤ ਦੇਖ ਸਕਦੇ ਹੋ ਕਿੱਦਾਂ ਬੈਰੀਕੇਡਿੰਗ ਕੀਤੀ ਹੋਈ ਹੈ, ਤਾਰਾਂ ਲਾਈਆਂ ਹੋਈਆਂ ਨੇ, ਪੁਲਿਸ ਸੀਆਰਪੀਐਫ ਪਹੁੰਚੀ ਹੋਈ ਹੈ ਵੱਡੇ ਪੱਧਰ ਦੇ ਉੱਤੇ। ਤੇ ਸਮਝ ਨਹੀਂ ਆਉਂਦਾ ਕਿ ਆਖਿਰ ਇੰਨੀ ਵੱਡੇ ਪੱਧਰ ਦੇ ਉੱਤੇ ਸਿੰਘੂ ਬਾਰਡਰ ਦੇ ਉੱਤੇ ਪੁਲਿਸ ਫੋਰਸ ਲਗਾਉਣ ਦਾ ਕੀ ਮਕਸਦ ਹੋ ਸਕਦਾ ਹੈ ਇਹਨਾਂ ਸਰਕਾਰਾਂ ਦਾ। ਕਿਉਂਕਿ ਅਗਰ ਅਸੀਂ ਸਰਕਾਰਾਂ ਦੀ ਗੱਲ ਕਰੀਏ ਤਾਂ ਸਰਕਾਰਾਂ ਦਾ ਫਰਜ਼ ਬਣਦਾ ਆ ਆਪਣੀ ਆਵਾਮ ਦਾ ਧਿਆਨ ਰੱਖਣ ਦਾ। ਆ ਵੀ ਵੀਰ ਜਿਹੜੇ ਖੜੇ ਨੇ ਸੀਆਰਪੀਐਫ ਵਾਲੇ, ਪੁਲਿਸ ਵਾਲੇ, ਇਹ ਵਿਚਾਰੇ ਕਿਸੇ ਦੇ ਪੁੱਤ ਨੇ ਜਿਹੜੇ ਆਪਣੇ ਫਰਜ਼ ਨਿਭਾਉਣ ਵਾਸਤੇ ਅੱਧੀ ਰਾਤ ਨੂੰ ਡਿਊਟੀਆਂ ਨਿਭਾ ਰਹੇ ਨੇ। ਪਰ ਕਿਉਂ ਇਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ? ਕਿਸਾਨ ਸ਼ਾਂਤਮਈ ਪ੍ਰਦਰਸ਼ਨ ਕਰ ਰਿਹਾ ਹੈ, ਆਪਣੇ ਹੱਕਾਂ ਵਾਸਤੇ ਲੜ ਰਿਹਾ ਹੈ, ਉਹਨਾਂ ਨੂੰ ਰੋਕਣ ਵਾਸਤੇ ਵੀ ਬੈਰੀਕੇਡਿੰਗ ਕੀਤੀ ਗਈ ਹੈ ਜਿੱਦਾਂ ਕੋਈ ਦੁਸ਼ਮਣ ਆਣ ਖਲੋਤਾ ਹੋਵੇ ਦਿੱਲੀ ਦੀ ਹਿੱਕ ਉੱਤੇ। ਇਹ ਗੰਦੀਆਂ ਸਰਕਾਰਾਂ ਦੀਆਂ ਗੰਦੀਆਂ ਰਣਨੀਤੀਆਂ ਨੇ, ਗੰਦੀਆਂ ਰਾਜਨੀਤੀਆਂ ਨੇ, ਜਿਨ੍ਹਾਂ ਕਰਕੇ ਜਿੱਥੇ ਇੱਕ ਪਾਸੇ ਕਿਸਾਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ, ਉੱਥੇ ਹੀ ਪੁਲਿਸ ਪ੍ਰਸ਼ਾਸਨ ਅਤੇ ਸੀਆਰਪੀਐਫ ਨੂੰ ਵੀ ਅੱਧੀ ਰਾਤ ਤੱਕ ਟੰਗਿਆ ਗਿਆ ਹੈ। ਤੇ ਇੰਨੇ ਵੱਡੇ ਪੱਧਰ ਦੇ ਉੱਤੇ ਸੀਆਰਪੀਐਫ ਪੁਲਿਸ ਤੈਨਾਤ ਕੀਤੀ ਗਈ, ਕਾਹਦੇ ਵਾਸਤੇ ਕੀਤੀ ਗਈ ਹੈ ਇਹ ਕੋਈ ਨਹੀਂ ਜਾਣਦਾ। ਇਸ ਦਾ ਜਵਾਬ ਕਿਸੇ ਕੋਲ ਨਹੀਂ ਹੈ। ਪੁਲਿਸ ਅਤੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ। ਕੱਲ ਪਤਾ ਲੱਗਿਆ ਸੀ ਕਿ ਆਹ ਬੈਰੀਕੇਡ ਕਿਸਾਨਾਂ ਵੱਲੋਂ ਧੱਕੇ ਗਏ ਸੀ, ਹਲਕੀ ਫੁਲਕੀ ਕੋਈ ਸਿਚੁਏਸ਼ਨ ਇੱਦਾਂ ਦੀ ਬਣੀ ਸੀ। ਆਹ ਟਰਾਲੀਆਂ ਉਦੋਂ ਹੀ ਉਰ ਤੱਕ ਪਹੁੰਚੀਆਂ ਸੀਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿੰਦੇ ਹੋ, ਇੰਨੀ ਬੈਰੀਕੇਡਿੰਗ ਕੀਤੀ ਹੋਈ ਹੈ, ਸੀਆਰਪੀਐਫ ਲੱਗੀ ਹੋਈ ਹੈ, ਕਦੋਂ ਦੇ ਤੁਸੀਂ ਆਏ ਹੋਏ ਹੋ ਇਸ ਮੋਰਚੇ 'ਚ? ਸਾਨੂੰ ਇੱਥੇ ਆਏ ਨੂੰ ਜੀ 2-3 ਦਿਨ ਹੋਏ ਆ ਜੀ। ਤੇ ਇਹ ਬੈਰੀਕੇਡਿੰਗ ਪਹਿਲਾਂ ਇੰਨੀ ਫੌਜ ਨਹੀਂ ਸੀਗੀ ਇੱਥੇ। ਕੱਲ ਕਿਸਾਨਾਂ ਨੇ ਸਵੇਰੇ ਟਰਾਲੀਆਂ ਅੱਗੇ ਲਿਆਂਦੀਆਂ, ਥੋੜਾ ਧੱਕਾ ਮੁੱਕੀ ਵੀ ਇੱਥੇ ਹੋਇਆ। ਉਸ ਤੋਂ ਬਾਅਦ ਇਹਨਾਂ ਨੇ ਆਪਣਾ ਪਿੱਛੇ ਟੈਂਟ ਲਾਉਣੇ ਸ਼ੁਰੂ ਕਰਤੇ ਤੇ ਅੱਜ ਸਵੇਰੇ ਆਏ ਆ ਤੇ ਮਿਲਟਰੀ ਬਹੁਤ ਜ਼ਿਆਦਾ ਆਈ ਪਈ ਇੱਥੇ। ਮਿਲਟਰੀ ਬਹੁਤ ਜ਼ਿਆਦਾ ਆਈ ਪਈ। ਇੱਥੋਂ ਸਾਨੂੰ ਅੰਦਾਜ਼ਾ ਲੱਗ ਸਕਦਾ ਕਿ ਸਰਕਾਰਾਂ ਆਪਣੀ ਗੰਦੀ ਰਾਜਨੀਤੀ ਦੇ ਉੱਤੇ ਆਈਆਂ ਆ ਕਿ ਉਹ ਕਹਿੰਦੇ ਨੇ ਕਿ ਰੱਸੀ ਜਲ ਗਈ ਪਰ ਬਲ ਨਹੀਂ ਗਿਆ। ਹੁਣ ਕਿਸਾਨਾਂ ਨੂੰ ਇੱਕੋ ਹੀ ਗੱਲ ਕਹਿੰਦੇ ਨੇ ਕਿ ਅਸੀਂ ਸਾਰਾ ਕੁਝ ਰੱਦ ਕਰ ਦਿੰਦੇ ਹਾਂ, ਖਾਲੀ ਪੇਪਰ ਸਾਡੇ ਹੱਥ 'ਚ ਛੱਡ ਦਿਓ, ਮਿਠਾਈ ਸਾਰੀ ਖਾ ਲਓ, ਖਾਲੀ ਡੱਬਾ ਸਾਨੂੰ ਫੜਾ ਦਿਓ। ਡੱਬਾ ਵੀ ਅਸੀਂ ਤੁਹਾਨੂੰ ਕਿਉਂ ਫੜਾਈਏ? ਕੱਲ੍ਹ ਨੂੰ ਖਾਲੀ ਡੱਬੇ ਦੇ ਵਿੱਚ ਫਿਰ ਤੋਂ ਤੁਸੀਂ ਭਰ ਕੇ ਕੁਝ ਸਾਡੇ ਮੱਥੇ ਮਾਰੋਗੇ। ਅਗਰ ਇੰਨਾ ਹੀ ਆ, ਰੱਦ ਕਰਕੇ ਪਰਾਂ ਕਰੋ। ਜਿੰਨੇ ਕਿਸਾਨ ਉਰੇ ਬੈਠੇ ਨੇ ਹੱਸਦੇ ਖੇਡਦੇ ਵਿਚਾਰੇ ਆਪਣੇ ਘਰਾਂ ਨੂੰ ਵਾਪਸ ਜਾਣ। ਪਰ ਨਹੀਂ, ਤੁਸੀਂ ਆਪਣੀਆਂ ਗੰਦੀਆਂ ਰਣਨੀਤੀਆਂ ਤੋਂ ਬਾਜ਼ ਨਹੀਂ ਆਉਣਾ। ਪਰ ਇਹ ਯਾਦ ਰੱਖਿਓ ਕਿ ਆਹ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਨਾ, ਇਹ ਤੁਸੀਂ ਜਿੱਥੇ ਮਰਜ਼ੀ ਤੱਕ ਦਾ ਜ਼ੋਰ ਲਾ ਲਿਓ, ਨਾ ਤਾਂ ਇਹਨੂੰ ਹਿਲਾਉਣ ਲੱਗੇ ਹੋ, ਨਾ ਇਹਨੂੰ ਪੱਟ ਸਕਣ ਲੱਗੇ ਹੋ ਤੁਸੀਂ। ਤੇ ਅਸੀਂ ਦਿੱਲੀ ਨੂੰ ਗੋਡਿਆਂ ਥੱਲੇ ਰੱਖ ਲਿਆ ਆ, ਨੱਕ ਤੋਂ ਲਕੀਰਾਂ ਕਢਵਾ ਕੇ ਜਾਵਾਂਗੇ। ਇਹ ਸਾਰੇ ਜਿੰਨੇ ਕਿਸਾਨ ਨੌਜਵਾਨ ਵੀਰ ਇੱਥੇ ਪਹੁੰਚੇ ਨੇ, ਇਹ ਆਪ ਮੁਹਾਰੇ ਪਹੁੰਚੇ ਨੇ। ਇਹ ਕਿਸੇ ਆਰਐਸਐਸ, ਬੀਜੇਪੀ ਜਾਂ ਕਾਂਗਰਸ ਦੇ ਕਹੇ ਤੇ ਨਹੀਂ ਆਏ। ਇਹਨਾਂ ਨੂੰ ਪਤਾ ਹੈ ਕਿ ਇਹਨਾਂ ਦੀ ਆਪਣੀ ਹੋਂਦ ਦੀ ਲੜਾਈ ਆ।
ਇਹ ਖੁਦ ਮੁਖਤਿਆਰੀ ਐ ਹੀ ਨਹੀਂ ਮਿਲਦੀ। ਉਹ ਵਾਜਾ ਵਾਲੇ ਨੇ ਜੋ ਸਾਨੂੰ ਸਿਰ ਤੇ ਦਸਤਾਰ ਰਖਵਾਤੀ ਨਾ, ਜੋ ਸਾਨੂੰ ਅੰਦਰ ਗੁੜਤੀ ਦੇਤੀ ਆ, ਉਹ ਐਵੇਂ ਮੁੱਕਣ ਵਾਲੀ ਨਹੀਂ ਹੈ। 1.25 लाख से एक लड़ाऊं तभी गोबिंद सिंह नाम कहाऊं। ਉਹਨਾਂ ਦੀਆਂ ਵੰਸ਼ਜ ਨੇ ਜਿਹੜੇ ਇੱਥੇ ਖੜੇ ਨੇ, ਉਹਨਾਂ ਦੀਆਂ ਔਲਾਦਾਂ ਨੇ ਜਿਹੜੀਆਂ ਇੱਥੇ ਖੜੀਆਂ ਨੇ, ठीक है। उन्होंने 4 वारे सी, तो वारन तो बाद भी यही कहा सी, इन पुत्रों के सीस में बार दिए सुत 4 मुए तो क्या हुआ जीवत कई हज़ार। ਤੇ ਉਹ ਕਈ ਹਜ਼ਾਰਾਂ ਜਿਹੜੇ ਨੇ ਨਾ, ਉਹ ਇੱਥੇ ਹੁਣ ਪਹੁੰਚ ਗਏ ਨੇ ਦਿੱਲੀ ਦੀ ਹਿੱਕ ਦੇ ਉੱਤੇ, ਲੱਖਾਂ ਦੀ ਤਾਦਾਦ 'ਚ ਪਹੁੰਚ ਗਏ ਨੇ। ਤੁਹਾਡੇ ਤੋਂ ਤਾਂ ਇੱਕ ਸਿੱਖ ਨਹੀਂ ਸਾਂਭਿਆ ਜਾਣਾ, ਲੱਖਾਂ ਕਿੱਥੋਂ ਸਾਂਭ ਲਓਗੇ? ਕਿਉਂਕਿ ਜਦੋਂ ਸੰਤਾਂ ਨੇ ਜਾ ਕੇ ਦਰਬਾਰ ਸਾਹਿਬ 'ਚ ਡੇਰੇ ਲਾਏ ਸੀ, ਉਦੋਂ ਦਿੱਲੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ, ਇੰਦਰਾ ਮਿੰਨਤਾਂ ਕਰਦੀ ਪਈ ਸੀ। ਉਸ ਤੋਂ ਬਾਅਦ ਜੋ ਹੋਇਆ, ਤੁਹਾਡੀਆਂ ਗੰਦੀਆਂ ਰਾਜਨੀਤੀਆਂ ਤੇ ਕੁਝ ਸਾਡੇ ਆਪਣੇ ਗੱਦਾਰਾਂ ਨੇ ਜੋ ਕੀਤਾ, ਜੋ ਕਰਵਾਇਆ, ਉਹ ਜੱਗ ਜਾਣਦਾ ਹੈ। ਪਰ ਇਸ ਵਾਰ ਨਾ ਕਿਸੇ ਗੱਦਾਰ ਨੂੰ ਗੱਦਾਰੀ ਕਰਨ ਦੀ ਅਸੀਂ ਹਿੰਮਤ ਬਖਸ਼ਾਂਗੇ, ਨਾ ਉਸ ਗੱਦਾਰ ਨੂੰ ਬਖਸ਼ਾਂਗੇ, ਚਾਹੇ ਸੱਤਾ 'ਚ ਉੱਚੇ ਬੈਠਾ ਹੋਵੇ, ਚਾਹੇ ਸਿਆਸਤ 'ਚ ਉੱਚਾ ਬੈਠਾ ਹੋਵੇ, ਚਾਹੇ ਕਿਸੇ ਧਾਰਮਿਕ ਅਦਾਰੇ 'ਚ ਵੜ ਕੇ ਬੈਠਿਆ ਹੋਵੇ, ਚਾਹੇ ਪੁਲਿਸ ਦੇ ਵਿੱਚ ਬੈਠਿਆ ਹੋਵੇ, ਚਾਹੇ CRPF 'ਚ ਬੈਠਿਆ ਹੋਵੇ। ਜੇ ਇਨਸਾਨੀਅਤ ਜਿਉਂਦੀ ਆਪਣਾ ਫਰਜ਼ ਨਿਭਾਓ, ਸੱਚਾਈ ਤੇ ਇਮਾਨਦਾਰੀ ਦੇ ਨਾਲ ਕੰਮ ਕਰੋ, ਸੱਚਾਈ ਤੇ ਇਮਾਨਦਾਰੀ ਦੇ ਨਾਲ ਅੱਗੇ ਵਧੋ। ਪਰ ਐਦਾਂ ਨਾ ਕਰੋ ਕਿ ਬੈਰੀਕੇਡਿੰਗ ਕਰਕੇ ਆਪਣੇ ਕਿਸਾਨਾਂ ਨੂੰ, ਜਿਹੜੇ ਤੁਹਾਡੇ ਘਰ ਤੱਕ ਅੰਨ ਪਹੁੰਚਾਉਂਦੇ ਆ, ਉਹਨਾਂ ਨੂੰ ਤੁਸੀਂ ਅੱਤਵਾਦੀਆਂ ਵਾਂਗ ਟਰੀਟ ਕਰੋ, ਬੈਰੀਕੇਡਿੰਗ ਲਾ ਕੇ ਉਹਨਾਂ ਨੂੰ ਰੋਕੋ। ਦਿੱਲੀ ਨੂੰ ਡਰ ਕਾਹਦਾ ਆ? ਕਿਸਾਨ ਆਪ ਮੁਹਾਰੇ ਆਏ ਨੇ, ਆਪਣੇ ਹੱਕ ਸੱਚ ਦੀ ਆਵਾਜ਼ ਲੈਣ ਆਏ ਨੇ। ਲੋਕਤੰਤਰ ਹੈ, ਲੋਕਤੰਤਰ ਦੇ ਦਾਇਰੇ ਦੇ ਵਿੱਚ ਆਏ ਨੇ। ਹਥਿਆਰ ਦਿਖਾ ਦਿਓ ਕਿਸੇ ਤੋਂ, ਕੋਈ ਡਾਂਗਾ ਚੱਕ ਕੇ ਆ ਰਿਹਾ ਕੁੱਟਣ ਵਾਸਤੇ। ਮੋਦੀ ਸਰਕਾਰ ਨੂੰ ਡਰ ਕਾਹਦਾ ਹੈ? ਡਰ ਉਹਨੂੰ ਇਸ ਦਾ ਹੈ ਕਿ ਜਿੱਥੇ ਉਹਨਾਂ ਨੇ ਕਿਸਾਨਾਂ ਦੀ ਹੋਂਦ ਮਿਟਾਣੀ ਸੀ, ਹੁਣ ਭਾਜਪਾ ਸਰਕਾਰ ਦੀ ਹੋਂਦ ਖਤਮ ਹੋ ਗਈ ਹੈ। ਦਿੱਲੀ ਤਾਂ ਅਸੀਂ ਜਿੱਤ ਲਈ, ਹੁਣ ਦੇਖਣਾ ਇਹ ਆ ਕਿ ਪ੍ਰਾਪਤੀਆਂ ਹੋਰ ਅਸੀਂ ਕੀ ਕਰਕੇ ਜਾਂਦੇ ਆ। ਤੁਸੀਂ ਜ਼ੋਰ ਲਾ ਲਿਓ। ਤੇ ਦੂਸਰਾ, ਜਿਹੜੇ ਘਰਾਂ 'ਚ ਸੰਗਤ ਬੈਠੀ ਹੈ, ਜਿਹਨਾਂ ਨੂੰ ਲੱਗਦਾ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਣ ਜੂਗੀ, ਉਹ ਪੁੱਠਾ ਸਿੱਧਾ ਹੋ ਜਾਊਗਾ, ਬੜੇ ਬੈਠੇ ਹੋਏ ਨੇ ਵੱਡੇ ਵੱਡੇ ਪੱਤਰਕਾਰ, ਵੱਡੇ ਵੱਡੇ ਨਿਊਜ਼ਪੇਪਰਾਂ ਦੇ ਐਡੀਟਰਸ, ਜਿਹੜੇ ਕਹਿੰਦੇ ਨੇ ਜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੋ ਜੂਗੀ, ਇੰਨੀ ਫੌਜ ਲਾਤੀ, ਇੰਨੀ CRPF ਲਾਤੀ ਉੱਥੇ, ਤੇ ਆਪਣੇ ਬੱਚਿਆਂ ਨੂੰ ਨਾ ਭੇਜੋ, ਕੁਝ ਪੁੱਠਾ ਸਿੱਧਾ ਹੋ ਸਕਦਾ। ਮੈਂ ਇੰਨਾ ਹੀ ਕਹੂੰਗਾ, ਕੁਝ ਪੁੱਠਾ ਸਿੱਧਾ ਨਹੀਂ ਹੋਣ ਲੱਗਿਆ, ਨਾ ਕਦੇ ਹੋਏਗਾ। ਇਹ ਸਿਰਫ ਡਰਾਉਣ ਧਮਕਾਉਣ ਵਾਸਤੇ ਤੇ ਮੋਰਚਿਆਂ ਨੂੰ ਢਾਹ ਲਾਉਣ ਵਾਸਤੇ ਗਿੱਦੜ ਭਮਕੀਆਂ ਦਿੱਤੀਆਂ ਜਾ ਰਹੀਆਂ ਨੇ। ਆਪਣੇ ਹੀ ਬੰਦੇ ਇਹਨਾਂ ਵੱਲੋਂ ਪ੍ਰੋਜੈਕਟ ਕੀਤੇ ਜਾ ਰਹੇ ਨੇ, ਜਿਹੜੇ ਮੋਰਚਿਆਂ ਦੇ ਵਿੱਚ ਆ ਕੇ ਵੀ ਅੱਜ ਇਹੀ ਬਕਵਾਸ ਕਰਦੇ ਨੇ। ਇਹ ਮੋਰਚਾ ਉਸ ਪਰਮਾਤਮਾ ਦੀ ਕਲਾ ਵਰਤੀ ਹੈ, ਉਹ ਪਰਮਾਤਮਾ ਨੇ ਆਪ ਅੱਗੇ ਹੋ ਕੇ ਇਹ ਮੋਰਚਾ ਲਗਵਾਇਆ ਹੈ, ਤੇ ਇਸ ਮੋਰਚੇ ਨੂੰ ਫਤਿਹ ਕਰਕੇ ਹੀ ਅਸੀਂ ਪਰਤਾਂਗੇ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨ ਨਾਲੇ ਤੁਰਦਾ ਤੁਹਾਨੂੰ ਅੱਗੇ ਮੋਰਚੇ ਦੀ। ਤੁਹਾਡੇ ਵਿੱਚੋਂ ਕਿਸੇ ਨੇ ਕੁਝ ਕਹਿਣਾ, ਕੋਈ ਸੁਨੇਹਾ ਦੇਣਾ ਹੈ? आ जाओ, फिर बोलना किसी ने? बोलना जी। बोलो जी, की बोलना है? हम जी डिस्ट्रिक्ट जिंद से आए हैं। जो हम नरेंद्र मोदी जी से ये विनती है, जो ये तीनों काले कानून बनाए हैं सरकार ने, हमारी विनती है ये वापस लिए जाएं। काले कानून वापस ले लेते जाने, नहीं अगर नहीं लिए तो क्या करोगे? नहीं लिए तो आगे और संघर्ष जारी रहेगा। 6-6 महीने 6-6 साल का राशन लेके आए हैं। बड़ा भाई है, पंजाब हरियाणा का छोटा भाई है। हम घबराने वाले नहीं है सर्दी गर्मी से। हम बिल्कुल रात को भी खेतों में काम करते हैं, सर्दी में भी काम करते हैं, हम घबराने वाले नहीं है। बिल्कुल तन मन धन से बड़े भाई का साथ देने के लिए हम तैयार हैं। ਹੁਣ ਮੈਨੂੰ ਲੱਗਦਾ ਕੇਂਦਰ ਸਰਕਾਰ ਨੂੰ ਬਿੱਲਾਂ ਦੀ ਛੱਡ ਕੇ ਹੁਣ ਦੂਜੇ ਸੱਪ ਸੁੰਘਣ ਲੱਗ ਪਣੇ ਨੇ। ਕਿਤੇ ਪੰਜਾਬ ਤੇ ਹਰਿਆਣਾ ਇੱਕ ਨਾ ਹੋ ਜਾਵੇ, ਵਿੱਚ ਦੀ ਜਿਹੜੀ ਬਾੜ ਲਾਈ ਉਹ ਨਾ ਕਿਤੇ ਚੱਕ ਦੇਣ, ਕਿਉਂਕਿ ਫਿਰ ਪਾਣੀਆਂ ਦੇ ਸਿਆਪੇ ਪਾਏ ਵੀ ਹੱਲ ਹੋ ਜਾਣੇ ਆ, ਤੇ ਰਾਜਧਾਨੀਆਂ ਦੇ ਸਿਆਪੇ ਵੀ ਹੱਲ ਹੋ ਜਾਣੇ ਆ। ਤੇ ਚੱਲਦੇ ਆ ਤੁਹਾਨੂੰ ਦਿਖਾਉਂਦੇ ਆ ਅੱਗੇ ਸਿੰਘੂ ਬਾਰਡਰ ਦੀ ਜਿਹੜੀ ਉਹ ਹੈ ਲੱਗੀ ਹੋਈ ਹੈ ਸਟੇਜ, ਉਹ ਤੁਹਾਨੂੰ ਦਿਖਾਉਂਦੇ ਆ। ਟਰਾਲੀਆਂ ਕੱਲ ਇੱਥੇ ਤੱਕ ਪਹੁੰਚ ਗਈਆਂ ਸੀਗੀਆਂ, ਤੇ ਉਸ ਤੋਂ ਬਾਅਦ ਬੈਰੀਕੇਡਿੰਗ ਪਿੱਛੇ ਕੀਤੀ ਗਈ ਹੈ, ਧੱਕਾ ਮੁੱਕੀ ਵੀ ਹੋਈ ਹੈ, ਵੀਰ ਨੇ ਦੱਸਿਆ। ਤੇ ਹੁਣ ਤੁਸੀਂ ਆਪ ਦੇਖ ਸਕਦੇ ਹੋ ਕਿ ਇਹ ਕਿਸਾਨ ਨੇ ਜਿਹੜੇ ਆਪਣੇ ਹੱਕ ਮੰਗਣ ਵਾਸਤੇ ਆਏ ਨੇ। ਇਹ ਉਹ ਸਾਡੇ ਅੰਨਦਾਤਾ ਨੇ ਜਿਹੜੇ ਮਿੱਟੀ ਨਾਲ ਮਿੱਟੀ ਹੋ ਕੇ ਧਰਤੀ ਦੀ ਛਾਤੀ ਪਾੜ ਕੇ ਸਾਡੇ ਘਰਾਂ ਦੇ ਵਿੱਚ ਅਨਾਜ ਪਹੁੰਚਾਉਂਦੇ ਨੇ। ਪਰ ਮੋਦੀ ਸਰਕਾਰ ਵੱਲੋਂ ਇਸ ਤਰ੍ਹਾਂ ਦੀ ਤਾਨਾਸ਼ਾਹੀ ਬੈਰੀਕੇਡਿੰਗ, ਤਾਨਾਸ਼ਾਹੀ ਰਵੱਈਆ ਜਿਹੜਾ ਅਪਣਾਇਆ ਗਿਆ ਹੈ, ਉਸ ਨੂੰ ਅਸੀਂ ਕਦੀ ਨਹੀਂ ਬਖਸ਼ ਸਕਦੇ। ਤੇ ਉਸ ਦੀ ਜਿੰਦੀ ਜਾਗ ਦੀ ਮਿਸਾਲ ਆ ਤੁਸੀਂ ਦੇਖ ਸਕਦੇ ਹੋ, ਮੋਦੀ ਕਿੱਥੇ ਲਟਕਾਤਾ ਹੈ ਕਿਸਾਨਾਂ ਨੇ। ਉੱਤੇ ਮੋਦੀ ਲਟਕਾਤਾ ਆ ਕਿਸਾਨਾਂ ਨੇ। ਤੇ ਇਸੇ ਤਰ੍ਹਾਂ ਮੋਦੀ ਦੀ ਸਾਰੀ ਕੈਬਨਿਟ ਵੀ ਇੱਕ ਦਿਨ ਲਟਕੀ ਹੋਈ ਨਜ਼ਰ ਆਏਗੀ, ਜੇਕਰ ਕਿਸਾਨ ਜਥੇਬੰਦੀਆਂ ਦੀ ਕਹੀ ਗੱਲ ਨਹੀਂ ਮੰਨਦੇ। ਉੱਤੇ ਮੈਂ ਕਹੂੰਗਾ ਕੈਮਰਾਮੈਨ ਨੂੰ ਇੱਕ ਵਾਰ ਦਿਖਾਣ ਮੋਦੀ ਕਿੱਥੇ ਲਟਕਾਇਆ ਆ। ਦੇਖੋ, ਕੁਛ ਝੂਠੀਆਂ ਅਫਵਾਹਾਂ ਤੋਂ ਬਚਾਇਆ ਜਾਵੇ, ਕਿਉਂਕਿ ਕਾਫੀ ਝੂਠੀਆਂ ਅਫਵਾਹਾਂ ਹੋ ਰਹੀਆਂ ਵਾ ਵੀ ਇੱਥੇ ਆਹ ਹੋ ਰਿਹਾ ਵਾ। ਕੁਛ ਬੰਦਿਆਂ ਨੂੰ ਗਲਤ ਗਾਈਡ ਕਰ ਰਹੇ ਆ
ਜੋ ਕਿ ਮੀਡੀਆ ਵਾ ਸਾਰਾ ਉਹ ਸੱਚ ਦਿਖਾਵੇ ਵੀ ਇੱਥੇ ਕੀ ਹੋ ਰਿਹਾ। ਸਾਰੇ ਕਿਸਾਨ ਬਹੁਤ ਇੱਥੇ ਆਪਣ ਸੈਟੀਸਫਾਈ ਆ ਔਰ ਆਪਣਾ ਜੋ ਵੀ ਉਹਨਾਂ ਨੇ ਸਾਰਾ ਮੋਰਚਾ ਲਾਇਆ ਹੋਇਆ ਵਾ ਪੂਰੇ ਸੰਘਰਸ਼ ਨਾਲ ਲਾਇਆ ਹੋਇਆ ਵਾ ਔਰ ਅੱਗੇ ਤੱਕ ਜਾਣਗੇ। ਜੇ ਮੋਦੀ ਸਰਕਾਰ ਮੰਨੂਗੀ ਤਾਂ ਠੀਕ ਆ, ਨਹੀਂ ਮੰਨੂਗੀ ਅਸੀਂ ਅੱਗੇ ਤੱਕ ਜਿੱਥੋਂ ਤੱਕ ਵੀ ਸਾਨੂੰ ਲੋੜ ਪਈ ਅਸੀਂ ਪਹੁੰਚਾਂਗੇ, ਕਿਉਂਕਿ ਇਹ ਸੰਘਰਸ਼ ਇੱਕ ਬੰਦੇ ਇਕੱਲੇ ਕਿਸਾਨਾਂ ਦਾ ਨਹੀਂਗਾ। ਇਹ ਸੰਘਰਸ਼ ਸਾਰੀ ਕਮਿਊਨਿਟੀ ਦਾ, ਜਿੰਨੀ ਵੀ ਸਾਡੀ ਪੰਜਾਬ ਦੇ ਵਿੱਚ ਹਰਿਆਣਾ, ਰਾਜਸਥਾਨ, ਜਿੰਨੀਆਂ ਦਿੱਲੀ ਦੇ ਵੀ ਸਾਰੇ ਲੋਕ ਇੱਥੇ ਆ ਕੇ ਸਾਰੇ ਹੈਲਪ ਕਰ ਰਹੇ ਆ ਕਿਸਾਨਾਂ ਦੀ। ਕਿਸ ਕਰਕੇ ਕਰ ਰਹੇ ਆ? ਉਹਨਾਂ ਨੂੰ ਲੱਗਦਾ ਵਾ ਵੀ ਇਹ ਜਿਹੜਾ ਖੇਤਾਂ ਦਾ ਅੰਨਦਾਤਾ ਵਾ ਇਹ ਸਾਰੇ ਪੰਜਾਬ ਦਾ ਕੀ ਪੂਰੇ ਇੰਡੀਆ ਦਾ ਢਿੱਡ ਭਰ ਰਿਹਾ ਵਾ। ਜੀ ਬਿਲਕੁਲ ਪੂਰੇ ਇੰਡੀਆ ਦਾ ਢਿੱਡ ਭਰ ਰਿਹਾ। ਤੇ ਹੁਣ ਮੈਨੂੰ ਲੱਗਦਾ ਕਿ ਬਾਰਡਰ ਦੇ ਉੱਤੇ ਅਰਦਾਸ ਹੋਣ ਲੱਗੀ ਹੈ ਮੰਚ ਤੇ ਹਾਂਜੀ ਆਪਾਂ ਅਰਦਾਸ ਦੇ ਵਿੱਚ ਸ਼ਾਮਿਲ ਹੁੰਨੇ ਆ। ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਮੰਚ ਵੱਲ ਨੂੰ ਕੈਮਰਾ ਕੀਤਾ ਜਾਵੇ। ਸਾਰੀ ਸੰਗਤ ਖੜੀ ਹੈ, ਅਰਦਾਸ ਹੋ ਰਹੀ ਹੈ, ਅਸੀਂ ਵੀ ਸ਼ਾਮਿਲ ਹੋਈਏ ਤੇ ਚੜ੍ਹਦੀ ਕਲਾ ਦੀ ਅਰਦਾਸ ਕਰੀਏ ਵਾਹਿਗੁਰੂ ਦੇ ਅੱਗੇ। ਜਾਨੀ ਨਾਨਕ ਦਾਸ ਸਦਾ ਕੁਰਬਾਨ। ਅਰਦਾਸ ਕਰ ਲਾ ਪੂਰੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਤ ਹੈ। ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਨਕ ਆਵੇ ਧਾਏ। ਸਭ ਥਾਈ ਹੋਏ ਸਮਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਸਾਹਿਬ ਜੀ ਬੋਲੋ ਜੀ, ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਜੀ ਬੋਲੋ ਜੀ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਜੀ ਬੋਲੋ ਜੀ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਜੀ ਬੋਲੋ ਜੀ, ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਸਾਹਿਬ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਸਾਹਿਬ ਜੀ ਕੋ ਵਾਹਿਗੁਰੂ 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 ਨਾਮ ਚਿਤੇ ਆਵੇ ਚਿਤਿਆ ਮਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ। ਖਾਲਸਾ ਸਾਹਿਬ ਜੀ ਕੇ ਬੋਲ ਬਾਲੇ ਜੀ ਬੋਲੋ ਜੀ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜਾਜਕਾਰ। ਖਾਲਸਾ ਸਾਹਿਬ ਜੀ ਕੇ ਬੋਲ ਵਾਲੇ ਜੀ ਬੋਲੋ ਜੀ, ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖਿਆ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰਨਾਂ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ।
ਹੇ ਨਵਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ। ਸੱਚੇ ਪਿਤਾ ਵਾਹਿਗੁਰੂ ਜੀ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀ ਦੀਆਂ ਗੁਰਸਿੱਖ ਸੰਗਤਾਂ ਨੇ ਸੰਧਿਆ ਦਾ ਟਾਈਮ ਜਾਣਦਿਆਂ ਹੋਇਆਂ ਰਲ ਮਿਲ ਕੇ ਸੋਦਾ ਰਹਿਰਾ ਸਾਹਿਬ ਜੀ ਦੇ ਬਾਣੀ ਦੇ ਪਾਠ ਕੀਤੇ ਹਨ ਜੀ। ਬਾਣੀ ਪੜ੍ਹਦਿਆਂ ਸੁਣਦਿਆਂ ਤੋਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਦੀ ਮੁਆਫੀ ਬਖਸ਼ਣੀ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੋਂ ਤੋਂ ਸਮੱਤ ਬਖਸ਼ਣੀ। ਚੜ੍ਹਦੀ ਕਲਾ ਦੇ ਨਾਲ ਨਿਤਨੇਮ ਸਰਬੱਤ ਸੰਗਤਾਂ ਕਰਨ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਅੱਜ ਕਿਸਾਨ ਸੰਘਰਸ਼ ਕਮੇਟੀ ਦੇ ਸਹਿਯੋਗ ਨਾਲ ਅਤੇ ਏਕ ਸਕੇ ਹਮ ਮੁਬਾਰਕ ਟੋਰਾਂਟੋ ਦੀ ਸੰਗਤ ਦੇ ਸਹਿਯੋਗ ਨਾਲ ਸਵੇਰ ਤੋਂ ਲੈ ਕੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਜੋੜ ਮੇਲੇ ਮਨਾਏ ਜਾ ਰਹੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀਓ ਐਸ ਵੇਲੇ ਰਾਤਰੀ ਦੇ ਦੀਵਾਨਾਂ ਦੀ ਰਮਤਾ ਦੀ ਆਗਿਆ ਬਖਸ਼ਿਸ਼ ਕਰਨੀ। ਸਤਿਗੁਰ ਸੱਚੇ ਪਾਤਸ਼ਾਹ ਜੀਓ ਬੇਅੰਤ ਸੰਗਤਾਂ ਨੇ ਸਵੇਰੇ ਹਾਜ਼ਰੀ ਭਰੀ। ਬੇਅੰਤ ਸੰਗਤਾਂ ਐਸ ਵੇਲੇ ਹਾਜ਼ਰੀ ਭਰ ਰਹੀਆਂ ਹਨ। ਸਰਬੱਤ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਸਭਨਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਿਸ਼ ਕਰਨਾ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਸਰਬੱਤ ਸੰਗਤ ਸਰਬੱਤ ਕਿਸਾਨਾਂ ਦੀ ਅਰਦਾਸ ਨੂੰ ਮਨਜ਼ੂਰ ਕਰਕੇ ਜਲਦੀ ਤੋਂ ਜਲਦੀ ਕਿਰਪਾ ਕਰਨੀ। ਕਿਸਾਨਾਂ ਦੇ ਹੱਕ ਵਿੱਚ ਫੈਸਲਾ ਦਿਵਾਉਣਾ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਸਰਬੱਤ ਸੰਗਤਾਂ ਦੀ ਅਰਦਾਸ ਹੈ। ਧੰਨ ਧੰਨ ਮਹਾਰਾਜ ਸਾਹਿਬ ਜੀਓ ਆਪ ਜੀ ਦੇ ਕਿਸਾਨਾਂ ਵੱਲੋਂ ਚੱਲ ਰਹੇ ਸੰਘਰਸ਼ ਦੇ ਦੌਰਾਨ ਜਿਨ੍ਹਾਂ ਪ੍ਰਾਣੀਆਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਹੈ ਸਤਿਗੁਰ ਸੱਚੇ ਪਾਤਸ਼ਾਹ ਸਾਰੇ ਹੀ ਕਿਸਾਨ ਵੀਰਾਂ ਨੂੰ ਆਪਣੇ ਚਰਨਾਂ ਕਮਲਾਂ ਦਾ ਨਿਵਾਸ ਬਖਸ਼ਿਸ਼ ਕਰਨਾ। ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਜੀਓ ਜਿਤਨੇ ਵੀ ਗੁਰਸਿੱਖ ਮਾਈ ਭਾਈ ਇਸ ਚੱਲ ਰਹੇ ਸੰਘਰਸ਼ ਵਿੱਚ ਸੇਵਾਵਾਂ ਨਿਭਾ ਰਹੇ ਹਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਭ ਦੇ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ, ਸਭ ਦੀਆਂ ਸੇਵਾਵਾਂ ਨੂੰ ਮਨਜ਼ੂਰ ਕਰਦੇ ਹੋਏ ਦਰੋ ਕਰੋ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਿਸ਼ ਕਰਨਾ। ਮਹਾਰਾਜ ਜਿੰਨਾ ਵੀ ਸਮਾਂ ਸੰਘਰਸ਼ ਚੱਲੇ ਮਹਾਰਾਜ ਇੱਥੇ ਰਹਿਣ ਵਾਲੇ ਸਾਰੇ ਪ੍ਰਾਣੀਆਂ ਨੂੰ ਨਾਮ ਦੀ ਦਾਤ ਦੇ ਕੇ ਨਵਾਜਣਾ, ਤੰਦਰੁਸਤੀ ਬਖਸ਼ਿਸ਼ ਕਰਨਾ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ। ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ। ਸਭ ਮਿਲेंगे शरण जो होए। ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ। ਬੋਲੇ ਸੋ ਨਿਹਾਲ। बोले सोनिहाल बोले सोनिहाल बोले सोनिहाल बोले सोनिहाल। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜਿਨ੍ਹਾਂ ਦੇ ਦਾਸ ਤੁਹਾਨੂੰ ਦਿਖਾਇਆ ਸੀ ਕਿ ਪਿੱਛੇ ਜਿੱਥੇ ਸਿੰਘੂ ਬਾਰਡਰ ਦਾ ਮੰਚ ਲੱਗਿਆ ਹੋਇਆ ਉੱਥੇ ਉਸ ਤੋਂ ਪਹਿਲਾਂ ਕਿੰਨੀ ਤਕੜੀ ਬੈਰੀਕੇਡਿੰਗ ਸੀ ਤੇ ਆਹ ਸੈਂਟਰ ਦੇ ਵਿੱਚ ਹੈ। ਇੱਥੇ ਵੀ ਬੈਰੀਕੇਡਿੰਗ ਕੀਤੀ ਗਈ ਹੈ ਤੇ ਆਹ ਪੁਲਿਸ ਵਾਲਿਆਂ ਦੇ ਹੀ ਤੰਬੂ ਲੱਗੇ ਹੋਏ ਨੇ ਸਾਰੇ। ਤੇ ਤੁਹਾਨੂੰ ਦਿਖਾਣਾ ਕਿ ਇੱਧਰਲੇ ਪਾਸੇ ਪੂਰੀ ਮਾਰਕੀਟ ਹੈ। ਇੱਧਰ ਦੇਖੋਗੇ ਤੁਸੀਂ CRPF ਦਾ
ਕਿੰਨੀ ਦੂਰ ਤੱਕ ਇੱਕ ਛਾਉਣੀ ਬਣਾਈ ਗਈ ਹੈ ਤੇ ਸਾਰੇ ਪਾਸੇ ਬੈਰੀਕੇਡਿੰਗ ਕੀਤੀ ਗਈ ਹੈ। ਹੁਣ ਤੁਸੀਂ ਆਪ ਸੋਚ ਕੇ ਹੈਰਾਨ ਹੋਵੋਗੇ ਕਿ ਕਿਸਾਨਾਂ ਵਾਸਤੇ ਇਸ ਤਰੀਕੇ ਦੇ ਨਾਲ ਮੋਦੀ ਸਰਕਾਰ ਨੂੰ ਛਾਉਣੀ ਬਣਾਉਣ ਦੀ ਕੀ ਲੋੜ ਪਈ ਸੀ। ਇੰਨੇ ਵੱਡੇ ਪੱਧਰ ਦੇ ਉੱਤੇ CRPF ਜਾਂ ਪੁਲਿਸ ਨੂੰ ਬੁਲਾਉਣ ਦੀ ਲੋੜ ਕੀ ਪਈ ਸੀ। ਕਿਸਾਨ ਆਏ ਨੇ, ਲੋਕਤੰਤਰ ਹੈ, ਆਪਣੇ ਹੱਕ ਮੰਗਣ ਆਏ ਨੇ, ਲੋਕਤੰਤਰ ਦੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੱਕ ਮੰਗਣ ਆਏ ਨੇ। ਪਰ ਅਗਰ ਇਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਆਪਣੀ ਆਵਾਜ਼ ਚੱਕਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਏਗੀ, ਡਰਾਇਆ ਜਾਏਗਾ, ਧਮਕਾਇਆ ਜਾਏਗਾ, CRPF ਜਾਂ ਪੁਲਿਸ ਲਗਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਏਗੀ, ਜਾਂ ਇਹ ਸੋਚਿਆ ਜਾਏਗਾ ਕਿ ਸ਼ਾਇਦ ਪੁਲਿਸ ਬਲ ਦੇਖ ਕੇ ਆਪ ਮੁਹਾਰੇ ਇਹ ਲੱਗਿਆ ਮੋਰਚਾ ਮੁੱਕ ਜਾਵੇ ਜਾਂ ਪੰਜਾਬ ਦੀ ਨੌਜਵਾਨੀ ਜਾਂ ਪੰਜਾਬ ਦੀ ਕਿਸਾਨੀ ਵਾਪਸ ਪਰਤ ਜਾਵੇ, ਤਾਂ ਇਹ ਸਰਕਾਰ ਦੀ ਬਹੁਤ ਵੱਡੀ ਗਲਤਫਹਿਮੀ ਹੈ ਜੋ ਬਹੁਤ ਛੇਤੀ ਦੂਰ ਹੋ ਜਾਵੇਗੀ। ਕਿਉਂਕਿ ਇਹ ਉਹ ਕਿਸਾਨ ਨੇ ਜਿਹੜੇ ਆਪਣੀ ਹੋਂਦ ਬਚਾਉਣ ਵਾਸਤੇ ਆਏ ਨੇ, ਇਹ ਉਹ ਨੌਜਵਾਨ ਨੇ ਜਿਹਨਾਂ ਨੇ ਬੜੇ ਤਾਨੇ ਸੁਣੇ ਨੇ ਕਿ ਉਹ ਨਸ਼ੇੜੀ ਨੇ, ਤੇ ਹੁਣ ਇਹ ਸਰਕਾਰਾਂ ਨੂੰ ਆਪ ਦੱਸਣਗੇ ਕਿ ਇਹ ਕਿੰਨੇ ਕੀ ਤਗੜੇ ਨਸ਼ੇੜੀ ਨੇ ਤੇ ਕਿੱਦਾਂ ਸਰਕਾਰਾਂ ਬਿੱਲ ਵਾਪਸ ਨਹੀਂ ਲੈਂਦੀਆਂ। ਕਿਉਂਕਿ ਇਹ ਮੋਰਚੇ ਤਾਂ ਉਰੇ ਪੱਕੇ ਲੱਗ ਗਏ ਨੇ ਤੇ ਜਦੋਂ ਤੱਕ ਸਰਕਾਰਾਂ ਇਹ ਬਿੱਲ ਵਾਪਸ ਨਹੀਂ ਲੈਂਦੀਆਂ ਉਦੋਂ ਤੱਕ ਇਹ ਮੋਰਚੇ ਐਵੇਂ ਲੱਗੇ ਰਹਿਣਗੇ। ਜਿਸ ਤਰੀਕੇ ਦੇ ਨਾਲ ਤੁਸੀਂ ਪਿੱਛੇ 8-10 ਕਿਲੋਮੀਟਰ ਤੋਂ ਦੇਖਿਆ ਲੰਗਰ ਵਰਤਾਇਆ ਜਾ ਰਿਹਾ ਹੈ, ਕਿਸੇ ਚੀਜ਼ ਦੀ ਘਾਟ ਨਹੀਂ ਛੱਡੀ ਜਾ ਰਹੀ। ਹੋਰ ਤਾਂ ਹੋਰ ਇੱਥੇ ਦੇ ਵਸਨੀਕ, ਇੱਥੇ ਦੇ ਰਹਿਣ ਵਾਲੇ ਲੋਕ ਇਹ ਕਹਿ ਰਹੇ ਨੇ ਕਿ ਇਹ ਮੋਰਚਾ ਕਦੀ ਖਤਮ ਹੋਵੇ ਹੀ ਨਾ। ਇਸੇ ਤਰ੍ਹਾਂ ਇਹ ਸੰਘਰਸ਼ ਲਗਾਤਾਰ ਚੱਲਦਾ ਰਹੇ, ਇਹ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ, ਕਿਉਂਕਿ ਕਿਤੇ ਨਾ ਕਿਤੇ ਲੋਕ ਆਪ ਖੁਸ਼ ਨੇ। ਉਹਨਾਂ ਨੇ ਕਦੀ ਦੇਖਿਆ ਹੀ ਨਹੀਂ ਸੀ ਕਿ ਪੰਜਾਬੀ ਹੁੰਦੇ ਕਿੱਦਾਂ ਨੇ, ਪੰਜਾਬੀਅਤ ਹੁੰਦੀ ਕਿੱਦਾਂ ਦੀ ਹੈ। ਤੇ ਹੁਣ ਅਗਰ ਉਹਨਾਂ ਨੇ ਦੇਖਿਆ ਆ, ਜਿਹੜੇ ਪੰਜਾਬੀ ਆ ਕੇ ਇੱਥੇ ਮੋਰਚਾ ਲਾ ਕੇ ਬਹਿ ਗਏ ਨੇ, ਤਾਂ ਉਹਨਾਂ ਦੀ ਰੂਹ ਖੁਸ਼ ਹੋ ਗਈ। ਆਹ ਦੇਖੋ ਕਿੱਦਾਂ ਆਰਮੀ ਨੇ ਗੱਡੀਆਂ ਲਾਈਆਂ ਨੇ, ਕਿੱਦਾਂ ਆ ਵੱਡੇ ਟੈਂਕਰ ਲਾਏ ਹੋਏ ਸੀਗੇ ਮਿੱਟੀ ਦੇ ਭਰ ਕੇ ਕਿ ਅੱਗੇ ਨਾ ਜਾ ਸਕਣ। ਸੋਚੋ ਕਿਹੜੀਆਂ ਸਰਕਾਰਾਂ ਇੱਦਾਂ ਦੀਆਂ ਹੋਣਗੀਆਂ ਜਿਹੜੀਆਂ ਆਪਣੇ ਲੋਕਾਂ ਨੂੰ ਰੋਕਣ ਵਾਸਤੇ ਇੱਦਾਂ ਦੀ ਘਟੀਆ ਰਣਨੀਤੀ ਅਪਣਾਉਂਦੀਆਂ ਹੋਣਗੀਆਂ। ਆਪਣੇ ਕਿਸਾਨ, ਆਪਣੇ ਅੰਨਦਾਤਾ ਜਿਨ੍ਹਾਂ ਨੇ ਪੂਰੇ ਭਾਰਤ ਦਾ ਢਿੱਡ ਭਰਿਆ, ਉਹਨਾਂ ਨੂੰ ਤੰਗ ਕਰ ਰਹੀਆਂ ਨੇ, ਠੰਡ ਦੇ ਵਿੱਚ ਉਹਨਾਂ ਨੂੰ ਸੜਕਾਂ ਉੱਤੇ ਸਵਾਰ ਰਹੀਆਂ ਨੇ। ਇਸ ਤੋਂ ਗੰਦੀਆਂ ਸਰਕਾਰਾਂ ਸ਼ਾਇਦ ਹੀ ਪੂਰੀ ਦੁਨੀਆ 'ਚ ਕਿਸੇ ਨੇ ਦੇਖੀਆਂ ਹੋਣਗੀਆਂ। ਇੰਨੀ ਗੰਦੀ ਸਰਕਾਰ ਸ਼ਾਇਦ ਹੀ ਪੂਰੀ ਦੁਨੀਆ ਵਿੱਚ ਕਿਤੇ ਹੋਵੇਗੀ। ਤੇ ਇਹ ਕਿਤੇ ਨਾ ਕਿਤੇ ਹੁਣ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਹੈ। ਤਾਂ ਹੀ ਕੈਨੇਡਾ ਦੇ ਟਰੂਡੋ ਤੋਂ ਲੈ ਕੇ ਹੋਰ ਵੀ ਬਹੁਤ ਸਾਰੇ ਅਜਿਹੇ ਮੁਲਕਾਂ ਦੇ ਪ੍ਰਧਾਨ ਮੰਤਰੀ ਹੈ ਨੇ ਜਿਨ੍ਹਾਂ ਨੇ ਆਵਾਜ਼ ਬੁਲੰਦ ਕੀਤੀ ਹੈ ਤੇ ਮੋਦੀ ਨੂੰ ਸਿੱਧੇ ਤੌਰ ਦੇ ਉੱਤੇ ਇਹ ਗੱਲ ਆਖੀ ਹੈ ਕਿ ਇਹ ਬਿੱਲ ਰੱਦ ਕੀਤੇ ਜਾਣ। ਕਿਸਾਨੀ ਹੱਕਾਂ ਦੇ ਵਿੱਚ ਉਹ ਨਿੱਤਰੇ ਨੇ ਕਿ ਜੇਕਰ ਕੋਈ ਵੀ 19-21 ਹੁੰਦੀ ਹੈ ਤਾਂ ਉਹ ਭਾਰਤ ਸਰਕਾਰ ਨੂੰ ਕਦੇ ਮੁਆਫ ਨਹੀਂ ਕਰਨਗੇ। ਤੇ ਇਹ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਕਿੰਨਾ ਜੋਸ਼ ਹੈ। ਰਾਤ ਹੋ ਗਈ ਹੈ ਪਰ ਸੰਗਤਾਂ ਮੋਰਚਿਆਂ ਦੇ ਵਿੱਚ ਡਟੀਆਂ ਹੋਈਆਂ ਨੇ ਤੇ ਅਸੀਂ ਸਵੇਰ ਤੋਂ ਰਾਤ ਤੱਕ ਇਹਨਾਂ ਮੋਰਚਿਆਂ ਦੇ ਉੱਤੇ ਹੀ ਹੁੰਨੇ ਆ, ਦੇਖਦੇ ਹਾਂ ਕੀ ਚੱਲਦਾ ਹੈ। ਤੇ ਮੋਦੀ ਸਰਕਾਰ ਨੂੰ ਪਿੱਟਦੀਆਂ ਹੋਈਆਂ ਸੰਗਤਾਂ ਆਉਂਦੀਆਂ ਹੀ ਰਹਿੰਦੀਆਂ। ਹਾਂਜੀ जिंदाबाद, जय शिव शंकर, क्या किसान एकता, गली गली में शोर है, गली गली में शोर है। पहले ये बताओ हो कहाँ से, और मोदी अभी आपको चोर क्यों लग रहा है? जब उसने नोटबंदी की तब चोर क्यों नहीं लगा, GST थोपा तब चोर क्यों नहीं लगा, अब कैसे पता लग गया चोर हो गया? साहब जी हम हैं गोहाना से, सोनीपत डिस्ट्रिक्ट, गोहाना तहसील, गांव न्यात, संयुक्त युवा संगठन। हम यहाँ पर किसानों अपने जमीन की अपनी लड़ाई लड़ने के लिए आए हैं। जो मोदी सरकार ने तीनों काले कानून लागू किए हैं, हमारे डेथ वारंट हैं, हम इनको वापस कराने के लिए आए यहाँ पर आए हैं। और अगर वापस नहीं किया, क्योंकि वो तो बोल रहे हैं कि भैया सारे कानून हम अमेंडमेंट कर देंगे, रद्द नहीं करेंगे, और अगर रद्द नहीं किया तो किसान बोल रहे हैं हम यहीं पे बैठेंगे। CRPF बढ़ा दी है और पीछे फोर्स बढ़ा दी नहीं जी साहब जी, मैं आपको बताऊं CRPF में कौन है? CRPF में किसी MLMP का बच्चा थोड़ा ना है। हमारे किसानों के भाई हैं, हमारे चाचे ताऊ हैं। वो क्या कर रहे हैं, कुछ दिन के लिए रुको आप, अगर टाइम आया सारी आर्मी, सारी पुलिस, सारी CRPF दिल्ली की तरफ चल पड़ेगी। ਬਿਲਕੁਲ ਜੀ ਬਿਲकुल यही गल मैं थोड़ी देर पहले भी कह के हटा सी कि कल भी उरे धक्का मुक्की थोड़ी जी हुई सी, पर पुलिस के अफसर
ਆਪ ਆਵਾਜ਼ਾਂ ਮਾਰਦੇ ਰਹੇ ਜਵਾਨਾਂ ਨੂੰ, ਜਵਾਨਾਂ ਵਿੱਚੋਂ ਕੋਈ ਵੀ ਆ ਕੇ ਉੱਥੇ ਖੜਾ ਨਹੀਂ ਹੋਇਆ, ਜਿਸ ਤੋਂ ਸਾਨੂੰ ਆਪ ਅਕਲ ਆ ਜਾਣੀ ਚਾਹੀਦੀ ਹੈ ਕਿ ਜੇ 84 ਦੇ ਵਿੱਚ ਧਰਮੀ ਫੌਜੀਆਂ ਨੇ ਬਗਾਵਤ ਕੀਤੀ ਸੀ ਨਾ, नहीं यहाँ तो ਤਾਂ जी- ਇੱਥੇ ਇੱਕ ਬੰਦਾ ਬਗਾਵਤ ਕਰਨ ਨੂੰ ਤਿਆਰ ਹੈ, ਚਾਹੇ ਉਹਨੇ ਸੀਆਰਪੀਐਫ ਦੀ ਵਰਦੀ ਪਾਈ ਹੈ ਤੇ ਚਾਹੇ ਪੁਲਿਸ ਦੀ ਵਰਦੀ ਪਾਈ ਹੈ, ਕਿਉਂਕਿ ਹਰ ਕਿਸੇ ਨੂੰ ਪਤਾ ਹੈ ਕਿ ਇਹ ਸਵਾਲ ਹੁਣ ਅੰਨਦਾਤਾ ਤੇ ਆ ਕੇ ਟਿਕ ਗਿਆ ਹੈ, ਸਾਡੀ ਹੋਂਦ ਤੇ ਆ ਕੇ ਟਿਕ ਗਿਆ ਹੈ। ਜੇ ਇਹ ਅੰਨਦਾਤਾ ਮੁੱਕ ਗਿਆ ਨਾ ਤਾਂ ਭਾਰਤ तबाह है, बिल्कुल तबाह साढ़े जी, बिजनेस कुछ तबाह नहीं है। बचेगा साहब जी। मैं आपको बताना चाहता हूँ, आपके टीवी चैनल के माध्यम से बताना चाहता हूँ, मोदी सरकार को बताना चाहता हूँ, दिल्ली पुलिस में हरियाणा के 40,000 जवान हैं, लेकिन टोटल संख्या कितनी है? 80,000 85,000। 50% किसकी? हरियाणा की। हरियाणा के बच्चे क्या करें? भाई जी आप रुको, हम आपके साथ हैं। गोली पिस्तौल ले गए संसद की तरफ मुंह कर देंगे। और आप क्या कह रहे हो साहब जी कि जीएसटी लगी जब नहीं बोले? सब बोले, लेकिन क्या था? लेकिन जब तक किसान के ऊपर बात नहीं आई थी, नोटबंदी में क्या बोला है झूठा ₹2 प्रधानमंत्री भ्रष्टाचार खो दूंगा 15-15 लाख। अरे तू 15-15 लाख न छोड़, तू तेने हमारे देश का नाश पीट दिया, मारा तो सीना काट दिया, हम तो मिट्टी में उड़ा दिया तूने। 15 लाख कहाँ से आऊं दे? क्या कर रहा था? भ्रष्टाचार बढ़ेगा, करेंसी बढ़ी होगी तो इसने तो 1,000 के बजाय 2,000 का नोट कर दिया। किसने बढ़ाई करेंसी? इसने बढ़ाई। भ्रष्टाचार इसने बढ़ा। अब क्या है? अब आदमी 2 लाख ले जाता है, एक जेब में पाता है, भाग जाता है। नहीं 2 लाख 100 रुपये बंडल होते कि किसी में ले जाता, थैले में ले जाता। इस लोग ने, एक तो अमित शाह सबसे बड़ा गुंडा है, तड़ी पार है ये, देश का दुर्भाग्य है ये, जो आज एक तड़ी पार देश का गृह मंत्री बने। यह नहीं समझ मानती, भाग मारे फूट गए। वो क्या कह रहा? बोला ये बोले इकट्ठे हो गए, अगर ना हमारे बाग बढ़िया थे, थारे बाग बढ़िया नहीं थे, ये तो हमारे फूटने थे। जो देश का गृह मंत्री एक तड़ी पार, समाज में रहने के लायक नहीं, इतना गंदा तुम क्या को? मैं सरदार जी, मेरा तो सीना पटता है। मैं तो ये बोलता हूँ, ए भगवान, कालबरी रात है, झंडा ले रहा हूँ अग्नि सामने। अमित शाह, नरेंद्र मोदी, हमारे वाला खट्टरे और दुष्यंत चौटाला, जब भगवान ने तड़का ठा लेने, परसों बेशक मैंने भी ठा ले, मुझे कोई दिक्कत नहीं। अरे बात दूसरी, हमारे वाला दुष्यंत चौटाला, अरे इतना गंदा आदमी, मारी वोटा दलाली करके चौटाला उगा दादा जेल में पड़ा, बाबू ने काट लिया, मारी वोटा दलाली करी, दलाली। और दलाल किसको बोलता है? मोदी दलाल आप है, अमित शाह दलाल। किसान ने वोट बेच के अडानी और अंबानी ने सुख पूछा हुआ है, उन्हें जानने नहीं इस बात का। लेकिन आज पूरे देश का किसान, हरियाणा के किसान ने तो, सरदार जी मैं आपको ये बोल रहा हूँ, आप मेरे बाप की मुर्गे हो, 2-4 दिन में बात नहीं सुलझी, हरियाणा जो वार पार बोल देगा, ऊपर का जागा कती। अरे बात दूसरी, जो से हमारे किसान नेता ने हरियाणा के, पंजाब के, यूपी बिके गोली मार जाए, गोली चिंता न मानो, यहाँ पर नहीं बिकेंगे। वो कई दिन सरदार भगत सिंह ने उन्हें बोले, ये देश ये आजादी खून मांगती है, हम खून देने के लिए तैयार हैं, जहाँ भी चाहो हम जाने के लिए तैयार हैं। ਉਮੀਦ ਕਰਦੇ ਹਾਂ ਕਿ ਜੇਪੀ ਨੱਡਾ ਦੇ ਕੰਨਾਂ ਤੱਕ ਇਹ ਆਵਾਜ਼ ਜ਼ਰੂਰ ਪਹੁੰਚੇਗੀ, ਜਿਹੜਾ ਕਹਿੰਦਾ ਸੀ ਕਿ ਜਿਹੜੇ ਮੋਰਚੇ ਪੰਜਾਬ ਦੇ ਵਿੱਚ ਲੱਗੇ ਹੋਏ ਨੇ ਉਹ ਦਲਾਲਾਂ ਦੇ ਲੱਗੇ ਹੋਏ ਮੋਰਚੇ ਨੇ, ਕਿਸਾਨ ਉਹਨਾਂ ਵਿੱਚ ਕੋਈ ਨਹੀਂ ਹੈਗਾ। इस चीज़ का मेरे को बहुत दुख है जी। सुनो मेरी बात, आज के दिन मैंने ये 2 चीज नोट करी, मेरे पास टाइम कम था इसलिए सरदार जी मैं लेट आ पाया। मैंने आज एक चीज नोट करी, क्या कहते सर, पंजाब आ रहा, अरे पानीपत ऊपर करनाल, कुरुक्षेत्र, अम्बाड़ा, पेवा, सारे सरदार जी पगड़ी बंद है, सारे पंजाबी हैं, हरियाणा के हैं, और हमारे वाले रोहतक सोनपत पानीपतिया भड़के ने जिंदाड़े धुम्मा टाकेंगे, धुम्मा बंदा नहीं कुछ भी। सरदार जी सोनीपत नहीं छोड़ेगा। और सरदार जी मैं आपको आज भी बोल रहा हूँ, ये धरती खून मांग रही है, मैं अपना खून देने के लिए सबसे पहले नंबर पर तैयार हूँ। ਹੁਣ ਇਹ ਗੱਲਾਂ ਅਸੀਂ ਹਾਸੇ 'ਚ ਮਖੌਲ 'ਚ ਲੈ ਲੈਂਦੇ ਹਾਂ, ਪਰ ਇਸ ਵੀ ਦੇ ਫੋਨ ਕਿਸ ਦਾ ਵੱਜ ਰਿਹਾ? ਪਲੀਜ਼ ਫੋਨ ਬੰਦ ਕਰ ਲਓ ਇੱਕ ਤਾਂ। ਮੈਂ ਕਹਿ ਰਿਹਾ ਕਿ ਇਹ ਗੱਲਾਂ ਅਸੀਂ ਘਰਾਂ ਦੇ ਵਿੱਚ ਬੈਠੇ ਜਿਹੜੇ ਇਹ ਪ੍ਰੋਗਰਾਮ ਦੇਖ ਵੀ ਰਹੇ ਹੋਣਗੇ, ਬੜੇ ਜਾਣ ਨੂੰ ਮਜ਼ਾਕ ਵੀ ਲੱਗ ਰਿਹਾ ਹੋਗਾ, ਹਾਸੇ ਵੀ ਆ ਰਹੀ ਹੋਗੀ ਕਿ ਮੋਦੀ ਦੀ ਮੰਜੀ ਠੋਕਤੀ, ਅਮਿਤ ਸ਼ਾਹ ਦੀ ਮੰਜੀ ਠੋਕਤੀ, ਜੇਪੀ ਨੱਡਾ ਨੂੰ ਠੋਕਤਾ, ਠੀਕ ਹੈ ਜੀ।
ਤੇ ਖੱਟੜ ਨੂੰ ਖੱਚਰ ਬਣਾਤਾ। ਇਹ ਚੀਜ਼ਾਂ ਅਸੀਂ ਬੜਾ ਹੱਸਦੇ ਹਾਂ, ਪਰ कट्टर जी तो है नहीं जी। ਪਰ ਇਸ ਥਾਂ ਦੇ ਵਿੱਚ ਸਾਨੂੰ ਆਪ ਸੋਚਣਾ ਚਾਹੀਦਾ ਕਿ ਸਾਨੂੰ ਇਸ ਸਰਕਾਰ ਨੇ ਲਿਆ ਕੇ ਅੱਜ ਖੜਾ ਕਿੱਥੇ ਕਰ ਦਿੱਤਾ ਹੈ। ਇਹ ਪੋਹ ਦਾ ਉਹ ਮਹੀਨਾ ਚੱਲ ਰਿਹਾ ਹੈ ਜੋ ਮੈਂ ਪਹਿਲਾਂ ਵੀ ਕਹਿ ਚੁੱਕਿਆ, ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਠੰਡੇ ਬੁਰਜ 'ਚ ਰਾਤਾਂ ਬਿਤਾਉਂਦੇ ਸੀ ਤੇ ਇਹ ਔਲਾਦਾਂ ਉਹਨਾਂ ਦੀਆਂ ਹੀ ਨੇ ਜਿਹਨਾਂ ਵਾਸਤੇ ਠੰਡਾ ਬੁਰਜ ਇਹ ਬਣ ਕੇ ਆਇਆ। ਤੇ ਜੇ ਇਹ ਗੰਦੀਆਂ ਸਰਕਾਰਾਂ ਸੋਚਦੀਆਂ ਨੇ ਕਿ ਇਹ ਸਿਰ ਝੁਕਾ ਜਾਣਗੇ ਤਾਂ ਭੁੱਲ ਜਾਣ ਜਦ ਉਹ 7 ਤੇ 9 ਸਾਲ ਦਿਆਂ ਨੇ ਸਿਰ ਨਹੀਂ ਸੀ ਝੁਕਾਇਆ ਤਾਂ ਆਹ ਤਾਂ ਜਵਾਨ ਪੁੱਤ ਨੇ ਉਹਨਾਂ ਦੇ। ਤੇ ਮੇਰਾ ਕਲਗੀਧਰ ਰਾਈ ਨਹੀਂ ਸੀ ਕਹਿ ਕੇ ਗਿਆ, ਇਨ ਪੁੱਤਰੋਂ ਕੇ ਸੀਸ ਪੇ ਵਾਰ ਦੀਏ ਸੁਧ ਚਾਰ ਚਾਰ ਮੂਏ ਤੋਂ ਕਿਆ ਹੁਆ। ਆ ਉਹੀ ਹਜ਼ਾਰ ਖੜੇ ਨੇ, ਧੜ ਤੋਂ ਇੱਕ ਨਹੀਂ ਸਾਂਭਿਆ ਜਾਣਾ। ਜੇ ਅਸਲ ਸਰਦਾਰ ਵਿਗੜ ਗਿਆ, ਜੇ ਅਸਲ ਸਿੱਖ ਨੇ ਖੰਡਾ ਚੱਕ ਲਿਆ ਨਾ ਤਾਂ ਉਹ ਪਿਆਰ ਦੇ ਨਾਲ ਜਦੋਂ ਆ ਕੇ ਤੁਹਾਨੂੰ ਦੇਗ ਪਰੋਸਦੇ ਨੇ ਤੇ ਗੁੱਸੇ ਨਾਲ ਜਦੋਂ ਤੇਗ ਪਰੋਸਣੀ ਸ਼ੁਰੂ ਕੀਤੀ ਨਾ ਤਾਂ ਬਣਦੀ ਹੋਈ ਕਿੱਥੇ ਤੱਕ ਜਾਣੀ ਹੈ ਤੁਹਾਨੂੰ ਪਤਾ ਨਹੀਂ ਲੱਗਣਾ। ਇਸ ਕਰਕੇ ਹੱਥ ਬੰਨ੍ਹ ਕੇ ਬੜੀ ਨਿਮਰਤਾ ਨਾਲ, ਬੜੇ ਦਿਲੋਂ ਮੈਂ ਰਿਸਪੈਕਟ ਦੇ ਨਾਲ ਕਹਿ ਰਿਹਾ ਸਰਕਾਰਾਂ ਨੂੰ, ਚਾਹੇ ਉਹ ਹਰਿਆਣੇ ਦੀ ਹੈ ਚਾਹੇ ਦਿੱਲੀ ਦੀ ਹੈ, ਕਿਸਾਨਾਂ ਨੂੰ ਤੰਗ ਨਾ ਕਰਿਓ, ਇਸ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰਿਓ, ਗੰਦੀਆਂ ਕੁੜੀਆਂ ਭੇਜ ਕੇ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਨਾ ਕਰਿਓ, ਆਪਣੇ ਦਲਾਲ ਭੇਜ ਕੇ ਡਰਾਉਣ ਦੀ ਕੋਸ਼ਿਸ਼ ਨਾ ਕਰਿਓ, ਕਿਉਂਕਿ ਨਾ ਤਾਂ ਇਹ ਨੌਜਵਾਨ ਹੁਣ ਭਟਕਣ ਵਾਲੇ ਨੇ, ਨਾ ਡਰਨ ਵਾਲੇ ਨੇ, ਨਾ ਇਹ ਮੋਰਚਾ ਚੁੱਕਣ ਵਾਲੇ ਨੇ। ਹੁਣ ਚੁੱਕਿਆ ਇੱਕੋ ਹੀ ਚੀਜ਼ ਜਾਣਾ ਆ, ਤੁਹਾਡਾ ਟਿੰਡ ਫੋੜਾ। ਉਹ ਚਾਹੇ ਤੁਸੀਂ ਬੀਜੇਪੀ ਵਾਲੇ ਹੋ, ਚਾਹੇ ਤੁਸੀਂ ਅਕਾਲੀ ਹੋ ਤੇ ਚਾਹੇ ਤੁਸੀਂ ਕਾਂਗਰਸੀ ਹੋ, ਕਿਉਂਕਿ ਹੁਣ ਤੁਸੀਂ ਜਿਹੜੀ ਬੇਵਕੂਫੀ ਕੀਤੀ ਹੈ ਉਹ 'ਚ ਸਿਰਫ ਪੰਜਾਬ ਤੇ ਹਰਿਆਣਾ ਨਹੀਂ ਜਗਾਇਆ, ਤੁਸੀਂ ਪੂਰਾ ਭਾਰਤ ਜਗਾਤਾ। ਤੇ ਤੁਹਾਡੀਆਂ ਸਾਰੀਆਂ ਬੇਵਕੂਫੀਆਂ ਹੁਣ ਇੱਕ ਇੱਕ ਕਰਕੇ ਲੋਕਾਂ ਨੂੰ ਪੱਲੇ ਪੈ ਗਈਆਂ ਨੇ। ਤੇ ਹੁਣ ਇਹੀ ਕਿਸਾਨ ਵੀਰ ਹੋਣਗੇ ਜਿਹੜੇ ਆਪਣੀ ਇੱਕ ਖੁਦ ਮੁਖਤਿਆਰੀ ਵਾਲੀ ਅਲੱਗ ਪਾਰਟੀ, ਇਹਨਾਂ ਰਵਾਇਤੀ ਪਾਰਟੀਆਂ ਤੋਂ ਹਟ ਕੇ ਇਸ ਸੰਘਰਸ਼ ਨੂੰ ਜਿੱਤਣ ਤੋਂ ਬਾਅਦ ਹੋਂਦ ਵਿੱਚ ਲੈ ਕੇ ਆਣਗੇ, ਜਿਹੜੀ ਫੈਸਲਾ ਕਰੂਗੀ ਪੰਜਾਬ ਤੇ ਹਰਿਆਣੇ ਦੇ ਭਵਿੱਖ ਦਾ, ਉਸ ਤੋਂ ਬਾਅਦ ਭਾਰਤ ਦੇ ਭਵਿੱਖ ਦਾ। ਕਿਉਂਕਿ ਤੁਸੀਂ ਤਾਂ 73 ਸਾਲਾਂ 'ਚ ਭਾਰਤ ਨੂੰ ਲਾਚਾਰ ਕਰਕੇ ਵੇਚ ਖਾਦਾ, ਹੁਣ ਅਸੀਂ ਵਿਕਣ ਨਹੀਂ ਦੇਣੇ, ਕਿਉਂਕਿ ਹੁਣ ਇਹ ਕਮਾਨ ਪੰਜਾਬ ਹਰਿਆਣਾ ਦੇ ਨੌਜਵਾਨਾਂ ਨੇ, ਭਾਰਤ ਦੇ ਨੌਜਵਾਨਾਂ ਨੇ ਆਪਣੇ ਹੱਥ ਵਿੱਚ ਲੈ ਲਈ ਹੈ, ਜਿਸ ਨੂੰ ਅਸੀਂ ਹੁਣ ਨਹੀਂ ਛੱਡਾਂਗੇ। ਜਿਹੜਾ ਅੜੂਗਾ ਉਹ ਝੜੂਗਾ ਤੇ ਜਿਹੜਾ ਅੜ ਕੇ ਇਹਨਾਂ ਨੌਜਵਾਨਾਂ ਵਾਂਗ ਖੜੂਗਾ ਉਹੀ ਅੱਗੇ ਝਾੜਦਾ ਹੋਇਆ ਦਿੱਲੀ ਤੱਕ ਵੀ ਜਾਊਗਾ। ਇਸ ਲਈ ਬੈਟਰ ਹੈ ਤੁਸੀਂ ਆਪ ਮੰਨ ਜਾਓ ਆਪਣੀਆਂ ਗਲਤੀਆਂ, ਕਾਨੂੰਨ ਰੱਦ ਕਰੋ। ਜਿੰਨੀ ਨੌਜਵਾਨੀ ਕਿਸਾਨੀ ਪੂਰੇ ਦਿੱਲੀ ਦੇ ਖੂੰਜਾਂ ਤੇ ਮੋਰਚਿਆਂ ਤੇ ਖੜੀ ਹੈ, ਤੈਨਾਤ ਹੈ, ਉਹ ਹੱਸਦੇ ਵਸਦੇ ਆਪਣੇ ਘਰਾਂ ਨੂੰ ਚਲ ਜਾਣ। मैं आप लोगों के माध्यम से एक बात कहना चाहता हूं जी, जो हमारा अभिनेता हरदास सनी देओल वो क्या कहता था, 2.5 किलो का हाथ है मेरा। नहीं 2.5 ना तो भूल जाओ सरदार जी, क्या कहता था वो, कतिया फिल्म में क्या बोला, यूं बोला जिसके गले में शेर के गले में भी पट्टा पड़ जाना कुत्ता हो जाता जी। अरे तू तो सनी देओल कुत्ता गए, तू तो कुत्ते से भी नीचे चला गया। महारा हरियाणा होंगे ना सूट देंगे, हरियाणवी भाषा में कम है, दूध दही का खाना यूं मरा हरियाणा। जय कर तू असल और असल सरदार और पंजाब की मिट्टी का में से निकला हुआ है, बीजेपी को छोड़ और अपने दिल्ली के यहाँ भाइयों के। एक और डीजीपी भाई था, डीजीपी को क्या बोलते, बहुत अच्छी पोस्ट है, उस लोग ने भी क्या किया, अपना तन मन धन से समर्पण कर दिया किसानी के लिए, रिजाइनिंग के लिए। तो मैं सभी भाइयों से हाथ जोड़ कर विनती करता हूँ ज़्यादा से ज़्यादा संख्या में यहाँ पहुँचे। और हमारा हरियाणा ना, हरियाणा तो जी 2 दिन की बाट देख रहा है, सारे सौदे खत्म कर देगा। अगर ये लोगों ने हमारे तीनों काले कानून वापस नहीं लिए ना तो हम छोड़ेंगे। कंगना रनौत ने कहा जी, ਇੱਕ ਕੰਗਨਾ ਰਣੌਤ ਦਾ ਆਈ ਥਿੰਕ ਫੈਨ ਆਇਆ ਹੈ, ਬਹੁਤ ਤਗੜਾ, ਬਹੁਤ ਦੇਰ ਦੇ ਖੜੇ ਨੇ ਉਰੇ। ਕੰਗਨਾ ਰਣੌਤ ਵਾਸਤੇ ਕੁਝ ਉਹਦੀ ਤਾਰੀਫ ਦੇ ਵਿੱਚ ਕਹਿਣਾ ਚਾਹੁੰਦੇ ਨੇ। वो भी कह रही है सर, और सरकार भी कह रही है कि आतंकवादी हैं, तो वो आतंकवादियों के साथ मीटिंग क्यों कर रहे हैं? अगर आतंकवादियों के साथ मीटिंग कौन करता है? गोली मारो, क्यों बिठा रखा है? और हमने देखा हमारी बहनें, हमारी काकी ताइया और हमारे बच्चे भी यहाँ पर पढ़ने आ रहे हैं, ये आतंकवादी हैं। अपनी लेडीज़ों को, उनको आतंकवादियों के लिए कौन लेके आता है यहाँ पे? इसलिए हम हाथ जोड़े कहते हैं ये कानून। उन्होंने तो ये भी बोला था कि जो लेडीज आ रही हैं वो 100 रुपए में आ रही हैं, दिहाड़ी पे मंगवाई हुई हैं। भाई साहब हम 2-3 किलो के जमींदार हैं, 100 की जगह हम 200 हम अपनी तरफ से दे देंगे।
आप कंगना रनावत को लेके आओ, जितने में हमारे भाई बंधु यहाँ आए हुए हैं 100 के 200 देंगे उनको। ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਮੈਂ ਦਿੱਲੀ ਤੋਂ ਹਾਂ ਕਿ ਜਿਸ ਦਿਨ ਸੁਪਰੀਮ ਕੋਰਟ ਦੇ 4 ਸਿਟਿੰਗ ਜੱਜ ਬਾਹਰ ਆ ਗਏ ਸੀ ਪ੍ਰੈਸ ਕਾਨਫਰੰਸ ਕਰਨ, ਉਦੋਂ ਸਾਡੀ ਜਨਤਾ ਨੇ ਸਮਝਿਆ ਕਿਉਂ ਨਹੀਂ? ਜੱਜ ਦੇ ਨਾਤੇ ਉਹਨਾਂ ਨੇ ਨਾ ਕੋਈ ਨਾਰੇ ਲਗਾਉਣੇ ਸੀ, ਨਾ ਹੁੱਲੜਬਾਜੀ ਕਰਨੀ ਸੀ। ਜਿਹੜੇ ਅਸੀਂ ਦੀਵਾਰ ਤੇ ਆਖਰੀ ਜਾਂਦੇ ਹਾਂ ਨਿਆਂ ਵਾਸਤੇ ਕਿ ਸੁਪਰੀਮ ਕੋਰਟ, ਉਹ ਸਾਡੇ ਦਰਬਾਰ ਜਾ ਕੇ ਜਨਤਾ ਦੇ ਦਰਬਾਰ 'ਚ, ਔਰ ਜਨਤਾ ਸਮਝੀ ਨਹੀਂ। ਉਹਦਾ ਰਿਜ਼ਲਟ ਅੱਜ ਨਿਕਲ ਆਇਆ। ਅੱਜ ਉਹ ਟਾਈਮ ਆ ਗਿਆ ਕਿ ਲੋਕਾਂ ਨੂੰ ਸੁਪਰੀਮ ਕੋਰਟ 'ਤੇ ਵੀ ਭਰੋਸਾ ਹਟ ਰਿਹਾ ਹੈ ਤੇ ਸੁਪਰੀਮ ਕੋਰਟ ਵੀ ਸਮਝ ਨਹੀਂ ਪਾ ਰਹੀ। ਜਿਸ ਤਰ੍ਹਾਂ ਕਿ ਜਦੋਂ ਸੁਪਰੀਮ ਕੋਰਟ ਦਾ ਮਤਲਬ ਉਹਦੇ ਪ੍ਰਸ਼ਨ ਚਿੰਨ੍ਹ ਲੱਗਿਆ ਉਸ 'ਤੇ, ਅਸੀਂ ਬੜੇ ਆਨਰੇਬਲ ਸੁਪਰੀਮ ਕੋਰਟ ਨੂੰ ਕਹਿੰਦੇ ਹਾਂ, ਲੇਕਿਨ ਦੀਵਾਰਾਂ ਸੁਪਰੀਮ ਕੋਰਟ ਨਹੀਂ ਹੁੰਦੀਆਂ, ਜੱਜ ਸਾਹਿਬਾਨ ਦਾ ਵਿਵਹਾਰ ਹੁੰਦਾ। ਜਦੋਂ ਉਹਨਾਂ ਦੇ ਉੱਪਰ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਉਸ ਤੋਂ ਬਾਅਦ ਕੁਛ ਨਹੀਂ ਰਹਿ ਜਾਂਦਾ। ਹੁਣ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ, ਜਿੱਥੇ ਸਭ ਨੂੰ ਪਤਾ ਵੀ ਕਾਨੂੰਨ ਰੱਦ ਕਰਾਉਣ ਦੀ ਮੰਗ ਹੋ ਰਹੀ ਹੈ, ਸਰਕਾਰ ਵੀ ਪੈਂਤਰੇ ਚੱਲ ਰਹੀ ਹੈ ਜੀ, ਰੱਦ ਨਹੀਂ ਕਰਾਂਗੇ ਸੰਸ਼ੋਧਨ ਕਰ ਦਾਂਗੇ। ਅਸਲ ਵਿੱਚ ਸਭ ਤੋਂ ਵੱਡੀ ਗੱਲ ਇੱਕੋ ਮੁੱਦਾ ਹੈ ਕਿ ਇਹ ਜਿਸ 'ਤੇ ਕਾਨੂੰਨ ਬਣਾਇਆ ਗਿਆ ਇਹ ਕੇਂਦਰ ਸਰਕਾਰ ਦਾ ਹਿੱਸਾ ਹੀ ਨਹੀਂ ਸੀ, ਕੇਂਦਰ ਸਰਕਾਰ ਦਾ ਪਾਰਟ ਹੀ ਨਹੀਂ ਸੀ। ਰਾਜਾਂ ਦੇ ਉਹਦੇ 'ਚ ਇੰਟਰਫੇਅਰ ਕਰਕੇ, ਰਾਜਾਂ ਦੀ ਜਿਹੜੀ ਗੱਲ ਹੈ ਉਹ ਕੇਂਦਰ ਨੇ ਕਰਕੇ, ਅਗਰ ਕਿਸਾਨ ਜਾਂ ਅਸੀਂ ਲੋਕ ਮੰਨ ਜਾਂਦੇ ਹਾਂ ਠੀਕ ਹੈ ਜੀ ਸੰਸ਼ੋਧਨ ਕਰ ਦਿਓ, ਇਹਦਾ ਮਤਲਬ ਵਾਸਤੇ ਇੱਕ ਨਜ਼ੀਰ ਬਣ ਜਾਏਗੀ ਕਿ ਕੇਂਦਰ ਫਿਰ ਦੁਬਾਰਾ ਰਾਜਾਂ ਨੂੰ ਇੰਟਰਫੇਅਰ ਕਰੇਗਾ। ਅਧਿਕਾਰਾਂ ਦਾ ਘਾਣ ਕਰਕੇ ਰਾਜ ਦੇ ਅਧਿਕਾਰਾਂ ਨੂੰ ਕੇਂਦਰ ਸਰਕਾਰ ਨੇ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਵੈਸੇ ਵੀ ਤੁਸੀਂ ਦੇਖ ਲਓ GST ਦਾ ਜੋ ਨਿਯਮ ਲਿਆਂਦਾ ਸੀ ਰਾਜ ਸਰਕਾਰ ਦੀ, ਅੱਜ ਤੱਕ ਕੇਂਦਰ ਸਰਕਾਰ ਨੇ ਪੇਮੈਂਟ ਨਹੀਂ ਕੀਤੀ। ਹੁਣ ਇਸ ਤੋਂ ਬਾਅਦ ਕੀ ਰਹਿ ਜਾਂਦੀ ਸਾਖ? ਇੱਕ ਕੇਂਦਰ ਸਰਕਾਰ ਦੀ ਸਾਖ ਕੀ ਰਹਿੰਦੀ ਹੈ ਕਿ ਰਾਜਾਂ ਦਾ ਪੈਸਾ ਰਾਜਾਂ ਦਾ ਰੁਕ ਗਿਆ ਤੇ ਉਹ ਵਿਚਾਰੇ ਕੰਗਾਲ ਹੋਏ ਫਿਰਦੇ ਨੇ। ਇਸ ਵਾਸਤੇ ਬੇਨਤੀ ਹੈ ਕਿ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ, ਜਦੋਂ ਜੱਜ ਬਾਹਰ ਆਏ ਸੀ ਉਦੋਂ ਹੀ ਸਮਝਣਾ ਚਾਹੀਦਾ ਸੀ ਵੀ ਦਾਲ 'ਚ ਬੜਾ ਵੱਡਾ ਕਾਲਾ ਹੈ, ਕੁਝ ਮੱਛਰ ਹੀ ਗਿਰ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵੀਰ ਪੰਜਾਬ ਤੋਂ ਆਏ ਨੇ, ਇਹ ਵੀ ਗੱਲ ਕਰਨਾ ਚਾਹੁੰਦੇ ਨੇ। ਹਾਂਜੀ ਤੁਸੀਂ ਦੱਸੋ। ਮੈਂ ਜੀ ਪੰਜਾਬ ਤੋਂ ਆਇਆ, ਤਰਨਤਾਰਨ ਮੇਰਾ ਜ਼ਿਲ੍ਹਾ ਹੈ। ਮੈਂ ਕੋਈ ਕਿਸਾਨ ਨਹੀਂ ਹਾਂ, ਮੈਂ ਮਜ਼ਦੂਰ ਹਾਂ। ਮੈਂ ਕਿਸਾਨਾਂ ਦੇ ਸਾਥ ਆਇਆ ਜੋ ਪੰਜਾਬ ਦੇ ਵਿੱਚ ਪੰਨੂ ਸਾਹਿਬ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ, ਉਹਨਾਂ ਦਾ ਮੈਂ ਉਹਨਾਂ ਦੀ ਟੀਮ ਦਾ ਇੱਕ ਸਿਪਾਹੀ ਹਾਂ। ਤੇ ਮੈਂ ਦੱਸਣਾ ਚਾਹੁੰਦਾ ਸਰਕਾਰ ਨੂੰ ਕਿ ਅਸੀਂ ਉਹ ਲੋਕ ਹਾਂ ਪੰਜਾਬ ਵਿੱਚ ਵੱਸਦੇ ਜਿਨ੍ਹਾਂ ਨੂੰ ਰੰਗਰੇਟੇ ਤੇ ਗੁਰੂ ਕੇ ਬੇਟੇ ਕਹਿੰਦੇ ਹੈ, ਮਜ਼੍ਹਬੀ ਸਿੱਖ। ਮਜ਼੍ਹਬ ਕਿਸੇ ਦੇ ਨਾਮ ਨੂੰ ਨਹੀਂ ਲੱਗਾ, ਅਸੀਂ ਮਜ਼੍ਹਬੀ ਸਿੰਘ ਆ। ਮਜ਼੍ਹਬ ਤੋਂ ਭਾਵ ਪੱਕੇ ਰੰਗਰੇਟੇ ਕਲਗੀਧਰ ਪਾਤਸ਼ਾਹ ਦੇ ਬੇਟੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਅਸੀਂ ਇੱਥੋਂ ਚੁੱਕ ਕੇ ਅਨੰਦਪੁਰ ਸਾਹਿਬ ਪਹੁੰਚਾਇਆ ਸੀ ਮੁਗਲ ਰਾਜ ਦੇ ਵੇਲੇ। ਤੇ ਅਸੀਂ ਪੂਰੇ ਪੱਕੇ ਹਾਂ ਅਸੂਲਾਂ ਦੇ। ਅਸੀਂ ਕਦੇ ਤੇ ਕਿਸੇ ਅਤਿਆ ਨਹੀਂ ਚਾਰਦੇ ਕਰਦੇ, ਨਾ ਕਿਸੇ ਤੇ ਜ਼ੁਲਮ ਕਰਦੇ ਹਾਂ, ਨਾ ਹੀ ਕਿਸੇ ਦਾ ਜ਼ੁਲਮ ਸਹਿੰਦੇ ਹਾਂ। ਤੇ ਸਾਡੀ ਤਲਵਾਰ ਜੋ ਸਾਡੇ ਸ਼ਾਸਤਰ ਹੈ ਨਿਹੰਗ ਸਿੰਘਾਂ ਦੇ, ਉਹ ਦੁਸ਼ਮਣੀ ਵਿਦੇਸ਼ਾਂ ਦੇ ਨਾਲ ਮੁਗਲਾਂ ਨਾਲ ਲੜਨ ਵਾਸਤੇ ਹੀ ਆਪਣੇ ਦੇਸ਼ ਤੇ ਕਦੇ ਸ਼ਸਤਰ ਨਹੀਂ ਅਸੀਂ ਚਲਾ ਸਕਦੇ। ਜਿਹੜਾ ਸਾਨੂੰ ਕਦੀ ਟੈਂਕਵਾਦੀ, ਕਦੀ ਅੱਤਵਾਦੀ, ਕਿਸ ਤਰ੍ਹਾਂ ਦਾ ਵੀ ਸਾਨੂੰ ਕੋਈ ਮਾੜੀ ਭਾਸ਼ਾ ਜਿਹੜੀ ਆ ਉਹਦੀ ਵਰਤੋਂ ਕਰਦੀਆਂ ਸਰਕਾਰਾਂ, ਪਰ ਇਹ ਭੁਲੇਖੇ ਆ ਉਹਨਾਂ ਨੂੰ। ਇਹ ਕਦੇ ਵੀ ਸਾਡੇ ਤੇ ਇਹੋ ਜਿਹੇ ਬਲੇਮ ਨਾ ਲਾਉਣ। ਅਸੀਂ ਆਪਣੇ ਭੈਣ ਭਰਾਵਾਂ 'ਚ ਆ ਕੇ ਬੈਠੇ ਹਾਂ। ਬਹੁਤ ਲੋਕ ਪੰਜਾਬ ਤੋਂ ਆ ਕੇ ਦਿੱਲੀ ਦੇ ਵਿੱਚ ਸਾਡੇ ਵਾਸਤੇ, ਮੇਰੇ ਪਿੰਡ ਮੀਆਂਮਿੰਡ ਦੇ ਇੱਥੇ ਜਿਹੜੇ ਆ ਉਹ ਕਿ ਜੋ ਨਾਮਦੇਵ ਭਗਤ ਦੀ ਅੰਸ ਬੰਸ ਦੇ ਵਿੱਚੋਂ ਇੱਥੇ ਰਹਿੰਦੇ, ਉਹਨਾਂ ਦੇ ਵੱਡੇ ਵੱਡੇ ਕਾਰਖਾਨੇ ਆ। ਇਸ ਕਰਕੇ ਅਸੀਂ ਮਿਲੇ ਮਿਲਾਏ ਹੋਏ ਸਾਰੇ ਸਾਡੇ ਭੈਣ ਭਰਾ ਸਾਰੇ ਦੇਸ਼ ਵਿੱਚ ਵੱਸਦੇ। ਅਸੀਂ ਕਦੀ ਇਹੋ ਜਿਹੀ ਕਦੇ ਵੀ ਕਾਨੂੰਨ ਨੂੰ ਹੱਥ 'ਚ ਲੈ ਕੇ ਕਦੀ ਵੀ ਕੋਈ ਗੱਲ ਨਹੀਂ ਕਰਦੇ। ਸਾਡੇ ਪੰਨੂ ਸਾਹਿਬ ਜੀ ਵੀ ਇਹੀ ਗੱਲ ਕਹਿੰਦੇ ਵੀ ਆਪਾਂ ਸ਼ਾਂਤਮਈ ਸੰਘਰਸ਼ ਲੜਨਾ ਹੈ। ਅਸੀਂ ਸ਼ਾਂਤਮਈ ਮੋਰਚਾ ਲਾ ਕੇ ਬੈਠੇ ਹਾਂ। ਸਵੇਰੇ ਕੀਰਤਨ ਹੁੰਦਾ ਵਾ, ਸ਼ਾਮ ਨੂੰ ਰਹਿਰਾਸ ਹੁੰਦੀ ਆ, ਅਸੀਂ ਉੱਥੇ ਸਰਵਣ ਕਰਦੇ ਹਾਂ। ਪੂਰੇ ਸ਼ਾਸਨ ਵਿੱਚ ਰਹਿ ਕੇ ਅਸੀਂ ਆਪਣਾ ਮੋਰਚਾ ਲਾ ਕੇ ਬੈਠੇ ਹਾਂ। ਮੋਦੀ ਸਾਹਿਬ ਕਦੀ ਇਹੋ ਜਿਹੀ ਗੱਲ ਨਹੀਂ ਗੀ। ਤੁਹਾਡੀਆਂ ਫੌਜਾਂ ਦਾ ਸਾਨੂੰ ਕੋਈ ਡਰ ਨਹੀਂ। ਉਹ ਜਿਹੜੇ ਫੌਜੀ ਨੌਜਵਾਨ ਆ ਜਾਂ ਪੁਲਿਸ ਵਾਲੇ ਆ ਜਾਂ BSF ਬਾਰਡਰ ਸਿਕਿਉਰਿਟੀ ਫੋਰਸ ਆ, ਉਹ ਵੀ ਸਾਡੇ ਭੈਣ ਭਰਾ ਪੰਜਾਬ ਤੋਂ ਬਹੁਤ BSF ਦੇ ਵਿੱਚ ਸਾਡੇ ਜਵਾਨ ਆ। ਆਰਮੀ ਦੇ ਵਿੱਚ ਹੋਣੀ ਨਵੇਂ ਰੰਗਰੂਟ ਆ। 5 ਇੱਕ ਨੌਜਵਾਨ ਜਿਹੜੇ ਨਵੀਂ ਜਨਰੇਸ਼ਨ 'ਚੋਂ 5 ਮੇਰੇ ਪਿੰਡ ਦੇ ਮੁੰਡੇ ਆਰਮੀ ਵਿੱਚ ਆ। ਇਸ ਕਰਕੇ ਸਾਰੇ ਸਾਡੇ ਵੀਰ ਭਰਾ ਵਾ। ਮੈਂ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਇੰਨਾ ਕਿ ਮੈਂ ਸੂਚਿਤ ਕਰਦਾ ਸਰਕਾਰ ਨੂੰ ਵੀ ਇਹ ਜਿਹੜੇ ਆਡੀਅנס ਲਿਆਂਦੇ ਆ ਇਹ ਪੂਰੇ ਦੇਸ਼ ਦੇ ਲੋਕਾਂ ਦੇ, ਮਜ਼ਦੂਰਾਂ ਦੇ, ਕਿਸਾਨਾਂ ਦੇ, ਸਾਰਿਆਂ ਦੇ ਵਿਰੋਧ ਵਿੱਚ ਆ। ਸਾਰੇ ਲੋਕ ਬਰਬਾਦ ਹੋ ਜਾਣਗੇ। ਇਹਨਾਂ ਕਾਨੂੰਨਾਂ ਨੂੰ ਆਪਣੇ ਕਾਲਿਆਂ ਨੂੰ ਵਾਪਸ ਲੈ ਲੈਣ ਤੇ ਬਹੁਤ ਚੰਗੀ ਗੱਲ ਆ। ਸਾਡੇ ਦੇਸ਼ ਦਾ ਬੜਾ ਵੱਡਾ ਭਲਾ ਹੋਊਗਾ।
ਇਸ ਕਰਕੇ ਮੈਂ ਇੰਨੇ ਸ਼ਬਦਾਂ ਨਾਲ ਆਪਣੇ ਸ਼ਬਦਾਂ ਦੀ ਸਮਾਪਤੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਉਮੀਦ ਕਰਦੇ ਹਾਂ ਕਿ ਜਵਾਨਾਂ ਦਾ, ਕਿਸਾਨਾਂ ਦਾ, ਹਰਿਆਣੇ ਦੇ, ਪੰਜਾਬ ਦੇ ਨੌਜਵਾਨਾਂ ਦਾ, ਵੀਰਾਂ ਦਾ, ਦਿੱਲੀ ਦੇ ਵੀਰਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਗਈ ਹੋਏਗੀ। ਹੁਣ ਤਾਂ ਸਰਕਾਰ ਨੂੰ ਥੋੜੀ ਜਿਹੀ ਸ਼ਰਮ ਕਰ ਲੈਣੀ ਚਾਹੀਦੀ ਹੈ ਕਿ ਕਿਉਂ ਤੰਗ ਕਰ ਰਹੇ ਨੇ ਇੰਨੀ ਠੰਡ ਦੇ ਵਿੱਚ ਨੌਜਵਾਨਾਂ ਨੂੰ, ਕਿਸਾਨਾਂ ਨੂੰ, ਭੈਣਾਂ ਨੂੰ, ਬੱਚਿਆਂ ਨੂੰ, ਮਾਵਾਂ ਨੂੰ। ਤੇ ਜੇਕਰ ਅਜੇ ਵੀ ਤੁਹਾਡੀ ਜ਼ਮੀਰ ਨਹੀਂ ਜਾਗਦੀ, ਅਜੇ ਵੀ ਅਗਰ ਤੁਹਾਨੂੰ ਤਾਨਾਸ਼ਾਹੀ ਰਵੱਈਆ ਅਪਣਾਉਣਾ ਹੈ ਤਾਂ ਉਹ ਫਿਰ ਆਉਣ ਵਾਲਾ ਵਕਤ ਦੱਸੇਗਾ ਕਿ ਤੁਹਾਨੂੰ ਕਿੰਨਾ ਕੀ ਭੁੰਜੇ ਡੇਗਣਾ ਹੈ ਉਸ ਰੱਬ ਨੇ ਤੇ ਕਿੰਨਾ ਕੀ ਤੁਹਾਨੂੰ ਛਿੱਤਰ ਲਾਣਾ ਹੈ। ਕਿਉਂਕਿ ਇਹ ਮੋਰਚੇ ਐਵੇਂ ਨਹੀਂ ਲੱਗੇ, ਉਹ ਪਰਮਾਤਮਾ ਦੀ ਕਲਾ ਵਰਤ ਰਹੀ ਹੈ ਤੇ ਉਸ ਪਰਮਾਤਮਾ ਦੀ ਕਲਾ ਜਿੱਥੇ ਵਰਤਦੀ ਹੁੰਦੀ ਹੈ ਉੱਥੇ ਕਿਸੇ ਨੂੰ ਨਹੀਂ ਪਤਾ ਹੁੰਦਾ ਅੱਗੇ ਹੋਣਾ ਕੀ ਹੈ, ਉਹ ਉਹੀ ਜਾਣਦਾ ਆ। ਤੇ ਉਹਨੇ ਜਦੋਂ ਅੰਗ ਸੰਗ ਸਿਹਾਈ ਹੋ ਕੇ ਸਾਰਿਆਂ ਦਾ ਧਿਆਨ ਰੱਖਣਾ ਨਾ, ਫਿਰ ਮੋਦੀ ਹੋਵੇ, ਚਾਹੇ BSF ਹੋਵੇ, ਚਾਹੇ ਪੁਲਿਸ ਫੋਰਸ ਹੋਵੇ, ਪੈਰਾਮਿਲਟਰੀ ਫੋਰਸਿਸ ਹੋਣ, ਕੁਝ ਵੀ ਹੋਵੇ, ਕੋਈ ਕੁਝ ਨਹੀਂ ਵਿਗਾੜ ਸਕਦਾ ਕਿਉਂਕਿ ਹਰ ਕਿਸੇ ਦੀ ਮੱਤ ਉਸ ਪਰਮਾਤਮਾ ਨੇ ਚਲਾਣੀ ਹੈ। ਤੇ ਕਦੋਂ, ਜਿੱਦਾਂ ਪਹਿਲਾਂ ਵੀਰ ਕਹਿ ਕੇ ਗਿਆ ਹੈ ਕਿ ਜਿਹੜੇ ਪੈਰਾਮਿਲਟਰੀ ਫੋਰਸਿਸ ਖੜੀਆਂ ਹੋਈਆਂ ਨੇ ਉਹ ਕਹਿੰਦੀਆਂ ਇਸ ਤਾਂ ਦਿੱਲੀ ਵੱਲ ਨੂੰ ਘੁਮਾ ਦਾਂਗੇ ਬੰਦੂਕਾਂ ਤੇ ਫਿਰ ਤੁਹਾਨੂੰ ਗਾਰਡ ਕਰਕੇ ਲੈ ਕੇ ਜਾਵਾਂਗੇ, ਜੇ ਕਿਤੇ ਇਹੋ ਜਿਹਾ ਮੌਕਾ ਆ ਗਿਆ ਤੁਹਾਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭਣੇ। ਇਸ ਕਰਕੇ ਬੇਨਤੀ ਆ, ਟਾਈਮ ਸਿਰ ਆਪਣੇ ਕਾਨੂੰਨ ਰੱਦ ਕਰ ਦਿਓ, ਨਾ ਲੋਕਾਂ ਦਾ ਇੰਨਾ ਜ਼ਿਆਦਾ ਸੰਤਾਪ ਭੋਗੋ ਕਿਉਂਕਿ ਜੋ ਸੰਤਾਪ ਇਹ ਹੰਢਾ ਰਹੇ ਨੇ ਭੋਗਣਾ ਤੁਹਾਨੂੰ ਪੈਣਾ ਹੈ ਉਹ। ਇਸ ਲਈ ਬੇਨਤੀ ਕਰਦੇ ਆ ਕਿ ਮੰਨ ਜੋ, ਕਾਨੂੰਨ ਰੱਦ ਕਰ ਦਿਓ, ਬਹੁਤ ਚੰਗੇ ਰਹੋਗੇ। ਨਹੀਂ ਤਾਂ ਇਹ ਉਹ ਕਿਸਾਨ ਨੇ ਜਿਹੜੇ ਧਰਤੀ ਦੀ ਛਾਤੀ ਪਾੜ ਕੇ ਤੁਹਾਡੇ ਘਰ ਤੱਕ ਅਨਾਜ ਪਹੁੰਚਾਉਂਦੇ ਨੇ, ਤੇ ਇਹ ਉਹ ਕਿਸਾਨ ਨੇ ਜਿਹੜੇ ਕਿਸੇ ਬਗਾਨੇ ਦੇ ਵੱਟ ਤੇ ਚੜਨ ਕਰਕੇ ਉਹਦੀਆਂ ਲੱਤਾਂ ਹੀ ਵੱਢ ਦਿੰਦੇ ਨੇ ਤੇ ਗਾਟਾ ਵੀ ਲਾ ਦਿੰਦੇ ਨੇ। ਤੁਸੀਂ ਤਾਂ ਯਾਰ ਹੋਂਦ ਮਕਾਨ ਤੇ ਆ ਗਏ ਹੋ, ਤੁਸੀਂ ਸੋਚੋ ਟੁਕੜੇ ਟੁਕੜੇ ਕਰਕੇ ਛੱਤਾਂ 'ਤੇ ਟੰਗ ਦੇਣੀਆਂ ਇਹਨਾਂ ਨੇ। ਇਸ ਲਈ ਬੇਨਤੀ ਆ, ਲਲਕਾਰੋ ਨਾ, ਪਿਆਰ ਦੇ ਨਾਲ ਮੰਨ ਜੋ, ਨਹੀਂ ਤਾਂ ਤੁਹਾਡਾ ਨਾ ਤੁਹਾਡੀ ਜਾਤ ਰਹਿਣੀ, ਨਾ ਤੁਹਾਡਾ ਵਜੂਦ ਰਹਿਣਾ, ਨਾ ਤੁਹਾਡਾ ਜਿਹੜਾ ਭਗਵਾਂ ਝੰਡਾ ਤੇ ਭਗਵਾਂ ਏਜੰਡਾ ਲਈ ਘੁੰਮਦੇ ਹੋ ਨਾ ਉਹ ਰਹਿਣਾ। 25 ਦਾ ਜਿਹੜਾ ਤੁਸੀਂ ਬਣਾਇਆ ਨਾ ਹਿੰਦੂ ਰਾਸ਼ਟਰ ਬਣਾਉਣ ਦਾ ਨਾਰਾ, ਉਹ ਕਿੱਥੇ ਉਧੇੜ ਕੇ ਸੁੱਟ ਦੇਣਾ ਇਹਨਾਂ ਨੇ, ਤੁਹਾਨੂੰ ਪਤਾ ਹੀ ਨਹੀਂ ਲੱਗਣਾ। ਫਿਰ ਇਹ ਨਾ ਹੋਵੇ ਕਿਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਂਗੂ ਪੂਰੇ ਭਾਰਤ ਦੇ ਵਿੱਚ ਕੇਸਰੀ ਝੰਡੇ ਹੀ ਝੂਲਦੇ ਹੋਣ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਪ੍ਰੋਗਰਾਮ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਨਾ ਤਾਂ ਜੋ ਹਰ ਕਿਸੇ ਤੱਕ ਇਹਨਾਂ ਵੀਰਾਂ ਦੀਆਂ ਆਵਾਜ਼ਾਂ ਪਹੁੰਚ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।